ਅੰਤਰ ਜਾਮੀ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗਦੀ ਦੇ ਤਖਤ ਤੇ ਸੁਭਾਏ ਮਾਨ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਸਾਹਿਬ ਜੀ ਨੇ ਰਹਿਮਤ ਕੀਤੀ ਹੈ। ਮਹਾਰਾਜ ਜੀ ਨੇ ਸਾਡੇ ਤੇ ਤਰਸ ਖਾਧਾ ਹੈ ਤਾਂ ਕਿ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ, ਦਰਸ਼ਨ ਦੀਦਾਰੇ ਕਰਨ ਦਾ, ਸੇਵਾਵਾਂ ਕਰਨ ਦਾ ਸੁਭਾਗ ਸਮਾਂ ਸਾਨੂੰ ਬਖਸ਼ਿਆ ਹੈ। ਆਓ ਇਸ ਸਮੇਂ ਨੂੰ ਸਫਲ ਬਣਾਈਏ। ਜੋ ਮਹਾਰਾਜ ਵੱਲੋਂ ਸਾਨੂੰ ਮੌਕਾ ਮਿਲਿਆ ਇਸ ਨੂੰ ਲੇਖੇ ਦੇ ਵਿੱਚ ਲਾਈਏ। ਚੱਲ ਰਹੇ ਲੜੀਵਾਰ ਗੁਰਬਾਣੀ ਦੇ ਪਵਿੱਤਰ ਉਪਦੇਸ਼ ਸਰਵਣ ਕਰਨ ਹਿਤ ਸਾਹਿਬਾਂ ਦੇ ਪਾਵਨ ਸਰੂਪ ਦਾ ਤਰੋ ਧਿਆਨ। ਮਨ ਚਿੱਤ ਦੀ ਇਕਾਗਰਤਾ ਬਖਸ਼ੋ। ਸਾਵਧਾਨ ਹੋਈਏ, ਰਸਨਾ ਕਰੋ ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਘੜੀ ਮੋਹਤ ਕਾ ਪਾਉਣਾ ਕਾਜ ਸਵਾਰਨ ਹਾਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ 43 ਅੰਗ ਦੇ ਉੱਤੇ ਅੱਜ ਦਾ ਇਹ ਲੜੀਵਾਰ ਉਪਦੇਸ਼ ਜੋ ਮਹਾਰਾਜ ਬਖਸ਼ ਰਹੇ ਹਨ ਸੁਭਾਏ ਮਾਨ ਹੈ। ਸ੍ਰੀ ਰਾਗ ਦੇ ਅੰਦਰ ਗੁਰੂ ਗਰੀਬ ਨਿਵਾਜ ਸਤਿਗੁਰੂ ਸਾਡੇ ਭਲੇ ਦਾ ਉਪਦੇਸ਼ ਬਖਸ਼ਦਿਆਂ ਹੋਇਆਂ ਸਾਨੂੰ ਚੇਤਾ ਕਰਾਉਂਦੇ ਨੇ, ਐ ਜੀਵ ਜੋ ਤੂੰ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਤੇਰਾ ਜਨਮ ਬੜਾ ਅਮੋਲਕ ਹੈ, ਇਹਦੀ ਕਦਰ ਕਰ, ਇਹਨੂੰ ਐਵੇਂ ਅਜਾਈ ਨਾ ਗਵਾ, ਇਹਨੂੰ ਸਫਲਾ ਕਰ, ਸਾਡਾ ਜੀਵਨ ਸਫਲਾ ਹੋਵੇ, ਅਸੀਂ ਗਲਤ ਕੰਮ ਨਾ ਕਰੀਏ ਤੇ ਜਮਾਂ ਦੇ ਵਸ ਨਾ ਪਈਏ। ਇਸ ਤਰ੍ਹਾਂ ਸਾਨੂੰ ਬਚਾਉਣ ਵਾਸਤੇ ਪਾਵਨ ਪਵਿੱਤਰ ਉਪਦੇਸ਼ ਸ੍ਰੀ ਰਾਗ ਦੇ ਅੰਦਰ ਮਹੱਲਾ ਪੰਜਵਾ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਘੜੀ ਮੋਹਤ ਕਾ ਪਾਹੁਣਾ। ਘੜੀ ਮੋਹਤ ਕਾ ਪਾਹੁਣਾ। ਘੜੀ ਸਾਧ ਸੰਗਤ ਅੱਜ ਦੇ ਸਮੇਂ 'ਚ 24 ਮਿੰਟਾਂ ਦੇ ਸਮੇਂ ਨੂੰ ਕਹਿੰਦੇ ਨੇ। ਮੋਹਤ 2 ਘੜੀਆਂ ਜਾਂ ਅੱਧੀ ਘੜੀ ਦਾ ਜਿਹੜਾ ਸਮਾਂ ਹੈ, ਮੋਹਤ ਦਾ ਅਰਥ ਦੋਵੇਂ ਕਰ ਲੈਂਦੇ ਨੇ, ਅੱਧੀ ਘੜੀ ਵੀ ਤੇ ਮੋਹਤ ਤੋਂ ਮੋਹਲਤ 2 ਘੜੀਆਂ ਵੀ, ਭਾਵ ਥੋੜੇ ਸਮੇਂ ਦੀ ਹੋਈ ਗੱਲ ਹੈ। ਪਾਤਸ਼ਾਹ ਜੀ ਕਹਿੰਦੇ ਐ ਜੀਵ ਤੂੰ ਕਿਹੜੇ ਪਾਸੇ ਲੱਗਾ ਹੈ, ਰਹਾਵ ਦੀ ਤੋਕ ਹੈ ਅੰਧੇ, ਤੂੰ ਬੈਠਾ ਕੰਧੀ ਪਾਹੇ, ਤੂੰ ਸੰਸਾਰ ਰੂਪੀ ਜੋ ਕਾਲ ਰੂਪੀ ਨਦੀ ਹੈ ਨਾ, ਸੰਸਾਰ ਦੇ ਵਿੱਚ ਜੋ ਮੌਤ ਰੂਪੀ ਨਦੀ ਵਹਿ ਰਹੀ ਹੈ, ਇਹਦੇ ਕੰਧੀ ਹੁੰਦਾ ਵੀ ਕੰਢੇ ਕਿਨਾਰੇ ਤੇ ਬੈਠਾ ਹੈ। ਜਿਵੇਂ ਨਦੀ ਦੇ ਕਿਨਾਰੇ ਤੇ ਰੁੱਖ ਹੁੰਦੇ ਹਨ, ਜਦੋਂ ਸਹਿਜੇ ਸਹਿਜੇ ਕਰਦਿਆਂ ਛੱਲਾਂ ਆਉਂਦੀਆਂ ਨੇ, ਢਾਹ ਲੱਗਦੀ ਹੈ, ਫਿਰ ਦੜਮ ਕਰਕੇ ਜਦੋਂ ਵਿੱਚ ਹੀ ਡਿੱਗਦਾ ਉਦੋਂ ਪਤਾ ਲੱਗਦਾ, ਕਿਉਂਕਿ ਨਦੀ ਕਿਨਾਰੇ ਰੁਖੜਾ ਕਿਚਰਕ ਬੰਨੇ ਧੀਰ। ਕਿੰਨਾ ਕੁ ਚਿਰ ਉਹ ਕਹਿੰਦੇ ਵੀ ਧੀਰਜ ਰੱਖ ਸਕਦਾ, ਕਿੰਨਾ ਕੁ ਚਿਰ ਖਲੋਤਾ ਰਹਿ ਸਕਦਾ। ਇਸੇ ਤਰ੍ਹਾਂ ਹੀ ਐ ਜੀਵ ਜਿਹੜੀ ਤੇਰੀ ਉਮਰ ਘਟ ਗਈ ਹੈ, ਸਮਝ ਵੀ ਪਾੜ ਪੈ ਰਿਹਾ ਹੈ, ਢਾਹ ਲੱਗ ਰਹੀ ਹੈ,
ਤੇ ਜਦੋਂ ਫਿਰ ਮੌਤ ਬਿਲਕੁਲ ਆ ਗਈ, ਫਿਰ ਉਹ ਜੋ ਮੌਤ ਦੀ ਨਦੀ ਵਹਿ ਰਹੀ ਹੈ ਸਭ ਨੂੰ ਵਿੱਚ ਹੀ ਰੋੜ ਕੇ ਲਈ ਜਾ ਰਹੀ, ਤੈਨੂੰ ਵੀ ਨਾਲ ਹੀ ਰੋੜ ਕੇ ਲੈ ਜਾਵੇਗੀ। ਭਾਵ ਵਿੱਚ ਇਹ ਜਣਾਇਆ ਹੈ ਮਹਾਰਾਜ ਨੇ ਵੀ ਜੋ ਮੌਤ ਹੈ, ਜੋ ਕਾਲ ਹੈ, ਉਹ ਸਾਰਿਆਂ ਦੇ ਸਿਰ ਤੇ ਆ ਕੇ ਵਰਤਦੀ। ਕਾਲ ਦਾ ਪਹਿਰਾ ਸਭ ਦੇ ਸਿਰ ਤੇ ਹੈ। ਫਿਰ ਇਹ ਜੀਵ ਕਾਹਦੇ ਵਾਸਤੇ ਤੂੰ ਭੁੱਲ ਗਿਆ, ਕਾਹਦੇ ਵਾਸਤੇ ਭੁਲੇਖਾ ਖਾਦਾ? ਜਿਵੇਂ ਪਿਛਲੇ ਸ਼ਬਦ ਵਿੱਚ ਆਇਆ ਸੀ ਨਾ, ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ, ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿਣ। ਮਾਨੋ ਉਹਦੀ ਵਿਆਖਿਆ ਹੀ ਪੰਜਵੇਂ ਪਾਤਸ਼ਾਹ ਕਰਦਿਆਂ ਕਹਿ ਰਹੇ ਨੇ ਵੀ ਤੂੰ ਕਿਹੜੇ ਪੁੱਠੇ ਕੰਮਾਂ 'ਚ ਲੱਗਾ, ਵੇਖ ਘੜੀ ਮੋਹਤ ਕਾ ਪਾਹੁਣਾ। ਕਹਿੰਦੇ ਤੂੰ ਇੱਕ ਘੜੀ, ਅੱਧੀ ਘੜੀ ਦਾ ਪ੍ਰਾਹੁਣਾ ਹੀ ਆ ਸੰਸਾਰ ਦੇ ਵਿੱਚ। ਰਾਤ ਆਉਂਦੇ ਨੇ ਨਾ ਪ੍ਰਾਹੁਣੇ, ਤੇ ਪ੍ਰਾਹੁਣੇ ਕਦੇ ਪਿਆਰ ਲਾ ਕੇ ਬੈਠ ਤਾਂ ਨਹੀਂ ਜਾਂਦੇ, ਉਹਨਾਂ ਨੂੰ ਹੁੰਦਾ ਹੈ ਵੀ ਛੇਤੀ ਚਲੇ ਜਾਈਏ। ਆਏ ਰਹਿਣ ਪ੍ਰਾਹੁਣੇ ਉੱਠ ਚਲਸੇ ਪ੍ਰਭਾਤ। ਰਾਤ ਪ੍ਰਾਹੁਣੇ ਰਿਸ਼ਤੇਦਾਰ ਸੰਬੰਧੀ ਆਉਂਦੇ ਹਨ, ਪਰ ਉਹਨਾਂ ਦੇ ਨਾਲ ਮਨ 'ਚ ਫਿਕਰ ਇਹ ਵੀ ਹੁੰਦਾ ਵੀ ਜਾ ਕੇ ਆ ਵੀ ਕਾਰਜ ਕਰਨਾ, ਉਹ ਵੀ ਕਰਨਾ, ਕਾਹਲੀ ਹੁੰਦੀ ਉਹਨਾਂ ਨੂੰ ਜਾਣ ਦੀ। ਇਸੇ ਤਰ੍ਹਾਂ ਜੀਵ ਨੂੰ ਪ੍ਰਾਹੁਣਾ ਕਿਹਾ ਹੈ ਵੀ ਤੂੰ ਭਲਿਆ ਇੱਥੇ ਪ੍ਰਾਹੁਣਿਆਂ ਦੀ ਨਿਆਈ ਹੈ। ਪੱਕਾ ਨਾ ਸਮਝ ਲਈ ਵੀ ਮੈਂ ਇੱਥੇ ਪੱਕਾ ਹੀ ਕੋਈ ਸਦਾ ਰਹਿਣਾ। ਆ ਘੜੀ ਅੱਧੀ ਘੜੀ ਦੀ ਖੇਡ ਆ, ਪਤਾ ਨਹੀਂ ਕਦੋਂ ਆ ਕਰਕੇ ਜਮਾਂ ਨੇ ਸਵਾਸ ਖਿੱਚ ਲੈਣੇ ਹਨ। ਸੋ ਇਸ ਤਰ੍ਹਾਂ ਅੱਧੀ ਘੜੀ, ਘੜੀ ਦਾ ਭਾਵ ਅਰਥ ਇਹੀ ਹੈ ਵੀ ਥੋੜਾ ਹੀ ਸਮਾਂ ਹੈ ਸੰਸਾਰ ਦੇ ਵਿੱਚ। ਪ੍ਰਾਹੁਣੇ ਦੀ ਨਿਆਈ ਤੂੰ ਆਇਆ ਹੈ, ਕਾਜ ਸਵਾਰਨ ਹਾਰ। ਪਰ ਤੂੰ ਤਾਂ ਸਾਰੇ ਕਾਰਜਾਂ ਨੂੰ ਸਵਾਰਨ ਵਾਲਾ ਹੀ ਆਪਣੇ ਆਪ ਨੂੰ ਮੰਨੀ ਬੈਠਾ ਹੈ ਵੀ ਪਤਾ ਨਹੀਂ ਮੈਂ ਹੀ ਸਾਰੇ ਕੰਮ ਕਰਨੇ ਆ। ਤੇਰੇ ਤੋਂ ਪਹਿਲੇ ਵੀ ਜਿਹੜੇ ਸਨ ਉਹ ਵੀ ਇਹੀ ਕਹਿੰਦੇ ਸਨ ਵੀ ਪਤਾ ਨਹੀਂ ਸਾਡੇ ਬਗੈਰ ਕੰਮ ਚੱਲਣਾ ਹੀ ਕੋਈ ਨਹੀਂ, ਕਿੱਥੇ ਗਏ, ਤੁਰੇ ਗਏ ਨਾ, ਸਭ ਤੁਰਦੇ ਜਾ ਰਹੇ ਨੇ। ਬੰਦਾ ਐਵੇਂ ਹੰਕਾਰ ਕਰਦਾ ਜਿਵੇਂ ਇੱਕ ਫਕੀਰ ਕੋਈ ਇੱਕ ਮੁਰਦੇ ਨੂੰ ਹਿਲਾ ਰਿਹਾ ਸੀ, ਕਬਰਾਂ 'ਚ ਪਿਆ ਸਰੀਰ, ਉਹ ਹਿਲਾ ਕੇ ਕਹਿੰਦਾ ਉੱਠ ਬੋਲ। ਉਹਦੇ ਲਾਗੇ ਉਹਦੀ ਕੋਈ ਪਾਤਸ਼ਾਹ ਆਇਆ, ਲੰਘ ਰਿਹਾ, ਉਹਨੇ ਫਕੀਰ ਨੂੰ ਆਵਾਜ਼ ਮਾਰੀ, ਫਕੀਰ ਨੂੰ ਆਵਾਜ਼ ਮਾਰੀ। ਉਹ ਫਕੀਰ ਨੇ ਉਸ ਰਾਜੇ ਦੀ ਗੱਲ ਸੁਣ ਕੇ ਵੀ ਅਣਸੁਣੀ ਕੀਤੀ, ਨਹੀਂ ਜਵਾਬ ਦਿੱਤਾ। ਇੱਕ ਕਰਾਂ ਦੋ ਰਾਂ, ਗੁੱਸੇ ਜਾ ਕੇ ਕਹਿਣ ਲੱਗਾ ਜਾਣਦਾ ਨਹੀਂ ਤੂੰ ਮੈਨੂੰ ਕੌਣ ਆ? ਫਕੀਰ ਉਸ ਰਾਜੇ ਵੱਲ ਵੇਖ ਕੇ ਕਹਿੰਦਾ ਵੀ ਆਹੀ ਗੱਲ ਆ ਕੱਲ ਕਹਿੰਦਾ ਸੀ ਮੈਨੂੰ, ਹੁਣ ਮੈਂ ਇਹਨੂੰ ਹਿਲਾ ਕੇ ਪੁੱਛ ਰਿਹਾ ਵੀ ਦੱਸ ਤੂੰ ਕੌਣ ਹੈ। ਉਹ ਉਸੇ ਵੇਲੇ ਨੀਵੀਂ ਪੈ ਗਈ ਰਾਜੇ ਦੀ। ਭਾਵ ਇਹ ਸੀ ਵੀ ਬੰਦਾ ਤੇ ਬਹੁਤ ਸ਼ੇਖੀਆਂ ਮਾਰਦਾ, ਕਹਿੰਦਾ ਜਾਣਦਾ ਨਹੀਂ ਤੂੰ ਕੌਣ ਮੈਨੂੰ, ਕਈ ਕੁਝ ਕਰਦਾ ਏ, ਪਰ ਜਦੋਂ ਮੌਤ ਆਉਂਦੀ ਹੈ ਫੇਰ ਮੁਰਦਾ, ਫੇਰ ਨਹੀਂ ਕੁਝ ਬੋਲਦਾ। ਫੇਰ ਕਹਿੰਦੇ ਜੀ ਚਲੋ ਕਿਹਦੇ ਵੱਸ ਦੀ ਗੱਲ ਹੈ, ਗਲਤੀਆਂ ਬੰਦਾ ਕਰ ਹੀ ਜਾਂਦਾ। ਸੋ ਇਸ ਤਰ੍ਹਾਂ ਮਨੁੱਖ ਤਾਂ ਆਪਣੇ ਆਪ ਨੂੰ ਸਾਰੇ ਕੰਮ ਸਵਾਰਨ ਵਾਲਾ ਮੰਨੀ ਬੈਠਾ ਵੀ ਮੇਰੇ ਬਿਨਾਂ ਕੰਮ ਸਰਨਾ ਹੀ ਕੋਈ ਨਹੀਂ, ਮੇਰੇ ਬਿਨਾਂ ਤੇ ਬਣਨਾ ਹੀ ਕੁਝ ਨਹੀਂ। ਜਿਵੇਂ ਗੁਰੂ ਕਲਗੀਧਰ ਮਹਾਰਾਜ ਕੋਲ ਇੱਕ ਸਿੱਖ ਆਇਆ, ਕਥਾ ਕਰਦਾ ਸੀ, ਤੇ ਇਹਦੇ ਮਨ ਵਿੱਚ ਸਦਾ ਇਹੀ ਹੁੰਦਾ ਸੀ ਵੀ ਮੇਰੇ ਤੋਂ ਬਗੈਰ ਮੇਰਾ ਟੱਬਰ ਜਿਹੜਾ ਉਹ ਪਾਲ ਹੀ ਨਹੀਂ ਸਕਦਾ। ਗੁਰੂ ਸਾਹਿਬ ਕਹਿਣ ਲੱਗੇ ਵੀ ਆ ਸੰਗਤ ਆਈ ਹੈ, ਕਹਿੰਦੇ ਵੀ ਅਸੀਂ ਥੋੜਾ ਹਰ ਜਸ ਸੁਣਨਾ, ਇਹਨਾਂ ਦੇ ਨਗਰ 'ਚ ਜਾ ਹਰ ਜਸ ਸੁਣਾ ਜਾ ਕੁਝ ਸਮਾਂ। ਕਹਿੰਦਾ ਮਹਾਰਾਜ ਜੇ ਮੈਂ ਘਰੇ ਨਾ ਗਿਆ ਮੇਰੇ ਬੱਚੇ ਭੁੱਖੇ ਮਰ ਜਾਣਗੇ, ਘਰ ਵਾਲੀ ਰੁੱਲ ਜੂ, ਮੇਰਾ ਤੇ ਟੱਬਰ ਖਤਮ ਹੋ ਜਾਊਗਾ। ਸਾਹਿਬ ਜੀ ਨੇ ਵੇਖਿਆ ਵੀ ਇਹਦੇ ਵਿੱਚ ਮੈਂ ਹੈ, ਉਵੇਂ ਭਾਵੇਂ ਬੇਨਤੀ ਕਰ ਲੈਂਦਾ ਵੀ ਸਤਿਗੁਰੂ ਨਹੀਂ ਜਾ ਸਕਦਾ, ਪਰ ਜਦੋਂ ਮੈਂ ਵੇਖੀ ਤਾਂ 10ਵੇਂ ਪਾਤਸ਼ਾਹ ਕਹਿੰਦੇ ਦੀ ਮੈਂ ਹੀ ਕੱਢਣੀ ਹੁਣ ਅੰਦਰੋਂ। ਉਹ ਸੰਗਤ ਨੂੰ ਕਹਿੰਦੇ ਵੀ ਇਉਂ ਕਰ ਵੀ ਆ ਚਿੱਠੀ ਲੈ ਜਾ ਤੇ ਉਹ ਫਿਰ ਸੰਗਤ ਦੇ ਨਾਲ ਚੱਲ ਜਾ, ਫਲਾਣੇ ਨਗਰ ਦੇਖ ਕੇ ਫਿਰ ਚਲਿਆ ਜਾਈ। ਉੱਥੇ ਗਿਆ, ਕਹਿੰਦੇ ਖੋਲ ਕੇ ਪੜ੍ਹਨਾ ਨਹੀਂ ਤੂੰ ਰਸਤੇ 'ਚ। ਜਦੋਂ ਸੰਗਤ ਕੋ ਗਈ, ਨਗਰ ਨਿਵਾਸੀਆਂ ਪੜ੍ਹਿਆ, ਲਿਖਿਆ ਸੀ ਵੀ ਇਹ ਸਿੱਖ ਨੂੰ 6 ਮਹੀਨੇ ਨਾ ਜਾਣ ਦਿਓ, ਭਾਵੇਂ ਜੋ ਮਰਜ਼ੀ ਕਹੇ, ਇਹਨੂੰ ਕੋਈ ਇੱਥੇ ਕਥਾ ਸੁਣਾਇਆ ਕਰੇ, ਹਰ ਜਸ ਕਰੇ। ਸੰਗਤ ਨੇ ਉੱਦਾਂ ਕਹਿ ਦੋ, ਤੁਰਨ ਦੀ ਤਿਆਰੀ ਕਰੇ, ਉਹ ਬੇਨਤੀਆਂ ਕਰਨ, ਬੜਾ ਕੁਝ। ਮਹਾਰਾਜ ਦਾ ਹੁਕਮ ਅਸੀਂ ਜਾਣ ਹੀ ਨਹੀਂ ਦੇਣਾ, ਪਹਿਰਾ ਰੱਖਿਆ ਵੀ ਰਾਤ ਉੱਠ ਕੇ ਨਾ ਚਲੇ ਜਾਏ। 2-4 ਮਹੀਨੇ ਲੰਘੇ, ਬੜਾ ਔਖਾ ਜਿਹਾ ਸਮਾਂ ਲੰਘਦਿਆਂ 6 ਮਹੀਨੇ ਲੰਘ ਗਏ। ਰਾਜ ਤੁਰਿਆ ਆ ਰਿਹਾ, ਨਾਲੇ ਸੋਚਦਾ ਆ ਰਿਹਾ ਵੀ ਕਿੱਡਾ ਸੋਹਣਾ ਪਰਿਵਾਰ ਸੀ। ਹੁਣ ਤਾਂ ਘਰ ਵਾਲੀ ਵੀ ਜਿਹੜੀ ਆ ਉਹ ਵੀ ਪਤਾ ਨਹੀਂ ਹੋਵੇ ਕਿ ਜਿੰਦੀ ਨਾ ਹੋਵੇ, ਬੱਚੇ ਤਾਂ ਜ਼ਰੂਰ ਭੁੱਖ ਦੇ ਨਾਲ ਮਰ ਮੁਰੀ ਗਏ ਹੋਣੇ ਆ, ਟੱਬਰ ਮੇਰਾ ਖਤਮ ਹੀ ਹੋ ਗਿਆ ਹੋਣਾ, ਕਿਉਂਕਿ ਮੇਰੇ ਸਹਾਰੇ ਤਾਂ ਹੀ ਸਨ ਸਾਰੇ।
ਮੇਰੇ ਆਸਰੇ ਹੀ ਤਾਂ ਜੀਂਦੇ ਸੀ, ਉਹਨਾਂ ਦਾ ਹੈ ਕੌਣ ਸੀ ਮੇਰੇ ਤੋਂ ਬਗੈਰ। ਇੱਦਾਂ ਦੀਆਂ ਸੋਚਾਂ ਸੋਚਦਾ ਆ ਰਿਹਾ। ਤੇ ਉਧਰ ਜਦੋਂ ਸਾਧ ਸੰਗਤ ਜੀ, ਉਹ ਜਿਸ ਨਗਰ ਦੇ ਵਿੱਚ ਇਹਦਾ ਪਰਿਵਾਰ ਰਹਿੰਦਾ, ਉਹ ਨਗਰ ਵਾਲਿਆਂ ਜਦੋਂ ਵੇਖਿਆ ਵੀ ਇਹ ਸਿੰਘ ਜੀ ਗਏ ਨੇ ਆਨੰਦਪੁਰ ਸਾਹਿਬ ਮਹਾਰਾਜ ਕੋਲ, ਮਹੀਨਾ ਲੰਘ ਚਲਿਆ ਆਏ ਨਹੀਂ, ਤੇ ਬੱਚਿਆਂ ਦੇ ਖਾਣ ਪੀਣ ਦਾ ਪ੍ਰਬੰਧ ਕਰਨਾ ਚਾਹੀਦਾ। ਉਹ ਨਗਰ ਦੇ ਜਿਹੜੇ ਸਿੱਖ ਸਨ ਉਹਨਾਂ ਇਕੱਠੇ ਹੋ ਕੇ ਬੱਚਿਆਂ ਦੇ ਦੁੱਧ ਪੀਣ ਵਾਸਤੇ ਇੱਕ ਪਸ਼ੂ, ਇੱਕ ਗਾਂ ਦੇ ਦਿੱਤੀ, ਹੋਰ ਅਸਤਾਂ ਬਸਤਾਂ ਦੇ ਦਿੱਤੀਆਂ। ਥੋੜਾ ਹੋਰ ਸਮਾਂ ਲੰਘ ਗਿਆ ਵੀ 3 ਮਹੀਨੇ ਹੋ ਗਏ ਆਏ ਨਹੀਂ। ਜਿਹੜਾ ਮਕਾਨ ਸੀ ਉਹ ਵੀ ਪੱਕਾ ਬਣਾਤਾ ਵੀ ਮੀਂਹ ਕਣੀ ਦੇ ਵਿੱਚ ਚੋਵੇ ਨਾ, ਵੀ ਸਿੰਘ ਜੀ ਮਹਾਰਾਜ ਕੋਲ ਸੇਵਾ ਕਰਦੇ ਹਨ ਤੇ ਸਾਡਾ ਫਰਜ਼ ਬਣਦਾ ਵੀ ਇਹਨਾਂ ਦੇ ਪਰਿਵਾਰ ਦੀ ਪਾਲਣਾ ਕਰ ਦਈਏ। ਉਹਨਾਂ ਮਕਾਨ ਪੱਕਾ ਬਣਾਤਾ, ਸ਼ਗਨ ਛਕਾਉਣ ਦੇ ਲਈ ਰਸਤਾਂ ਖੁੱਲੀਆਂ ਆ ਗਈਆਂ, ਕੰਮ ਵਧੀਆ ਚੱਲ ਪਿਆ, ਦੁੱਧ ਦਾ ਗੁਜ਼ਾਰਾ ਵਧੀਆ। ਤੇ ਉਧਰੋਂ ਆ ਪਹੁੰਚੇ ਉਹ ਸਿੰਘ ਜੀ ਘਰ ਦੇ ਵਿੱਚ। ਤੇ ਜਦੋਂ ਘਰੇ ਆਏ ਤਾਂ ਦੂਰੋਂ ਆਉਂਦੇ ਹੀ ਵੇਖ ਕੇ ਨਿਆਣੇ ਉਹ ਮਿਲਣ ਵਾਸਤੇ ਨਹੀਂ ਗਏ, ਬਾਹਰ ਖੇਡਦਿਆਂ ਵੇਖ ਕੇ ਘਰ ਦੇ ਕਮਰੇ ਨੂੰ ਭੱਜੇ ਗਏ ਤੇ ਕਹਿਣ ਲੱਗੇ, ਮਾਂ ਮਾਂ ਪਿਤਾ ਆ ਗਿਆ ਹੈ, ਆਪਾਂ ਫੇਰ ਭੁੱਖੇ ਮਰਾਂਗੇ ਅੱਗੇ ਵਾਂਗ। ਉਹ ਸੁਣ ਕੇ ਹੀ ਉਹਦੇ ਬਸ ਪੈਰਾਂ 'ਚੋਂ ਜ਼ਮੀਨ ਖਿਸਕ ਗਈ ਵੀ ਮੈਂ ਤੇ ਸੋਚਦਾ ਸੀ ਮੇਰੇ ਬਿਨਾਂ ਭੁੱਖੇ ਮਰਨਗੇ, ਇਹ ਤਾਂ ਨਿਆਣੇ ਕਹਿ ਰਹੇ ਆ ਵੀ ਸਾਡਾ ਬਾਪ ਆ ਗਿਆ, ਅਸੀਂ ਹੁਣ ਫੇਰ ਭੁੱਖੇ ਮਰਾਂਗੇ। ਕਿਉਂਕਿ ਪਹਿਲਾਂ ਕੋਈ ਗੁਜ਼ਾਰਾ ਚੰਗਾ ਚੱਲਦਾ ਨਹੀਂ ਸੀ, ਮਸਾਂ ਮਸਾਂ ਖਾਣ ਪੀਣ ਜੋਗਾ ਮਿਲਦਾ। ਤੇ ਉਹਨਾਂ ਦੇ ਮਨ ਸੀ ਵੀ ਇਹਦੇ ਗਿਆ ਸਾਨੂੰ ਚੰਗੀ ਖੁਰਾਕ ਮਿਲ ਰਹੀ ਹੈ। ਇਵੇਂ ਫਿਰ ਮਾਣ ਟੁੱਟਾ। ਗੁਰੂ ਗੋਬਿੰਦ ਸਿੰਘ ਸਾਹਿਬ ਕੋ ਮਾਫੀ ਮੰਗੀ ਆ ਕੇ, ਪਰਿਵਾਰ ਸਣੇ ਦਰਸ਼ਨ ਕੀਤੇ। ਮੈਂ ਸੀ ਇਹਦੇ ਅੰਦਰ। ਇਹ ਤਾਂ ਇੱਕ ਉਦਾਹਰਣ ਹੈ, ਸਮਝਣ ਵਾਸਤੇ ਸਾਖੀ ਹੈ। ਇਹ ਸਾਡੇ ਜੀਵਨ ਦੀ ਅਸਲੀਅਤ ਹੈ। ਅਸੀਂ ਸਮਝਦੇ ਹਾਂ ਵੀ ਸਾਡੇ ਬਾਝੋਂ ਪਤਾ ਨਹੀਂ ਆ ਕੰਮ ਹੋ ਹੀ ਨਹੀਂ ਸਕਦਾ, ਤੇ ਕਾਰਜ ਸਵਾਰਨ ਵਾਲੇ ਬਣ ਕੇ ਬਹੁਤ ਖਿਲਾਰੇ ਪਾ ਰਹੇ ਹਾਂ, ਬਹੁਤ ਆਪਣੇ ਆਪ ਨੂੰ ਫਸਾਉਣ ਵਾਲੀਆਂ ਗੱਲਾਂ ਕਰ ਰਹੇ ਹਾਂ। ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਇੱਕ ਕੋਈ। ਫਸਣ ਵਾਲੀਆਂ ਗੱਲਾਂ ਤਾਂ ਸਾਨੂੰ ਸਭ ਨੂੰ ਆਉਂਦੀਆਂ ਵੀ ਜਮਾਂ ਦੇ ਫਾਹੇ 'ਚ ਕਿਵੇਂ ਫਸਣਾ, ਕਿਵੇਂ ਕੁਕਰਮਾਂ 'ਚ ਫਸਣਾ, ਕਿਵੇਂ ਮਾਇਕੀ ਧੰਦਿਆਂ 'ਚ ਫਸਣਾ। ਪਰ ਛੁੱਟਣ ਦੀ ਕੋਈ ਕਹਿੰਦੇ ਕੋਈ ਵਿਰਲਾ ਗੁਰਮੁਖ ਹੀ ਜਾਣਦਾ। ਉਹ ਕੋਈ ਵਿਰਲਾ ਹੀ ਹੈ ਜਿਹੜਾ ਵਿਕਾਰਾਂ 'ਚੋਂ ਛੁੱਟਦਾ, ਜਿਹੜਾ ਮਾਇਆ ਦੇ ਜਾਲ 'ਚੋਂ ਛੁੱਟਦਾ, ਜਿਹੜਾ ਜਮਾਂ ਦੀ ਫਾਹੀ ਤੋਂ ਛੁੱਟਦਾ। ਫਸਣ ਵਾਲਾ ਕੰਮ ਤਾਂ ਸੌਖਾ ਹੀ ਹੈ, ਛੁੱਟਣਾ ਹੀ ਔਖਾ ਹੁੰਦਾ ਨਾ। ਫਸਣ ਨੂੰ ਕੀ ਹੈ, ਜਾਂਦਿਆਂ ਕਿਸੇ ਨਾਲ ਮਾੜਾ ਜਿਹਾ ਝਗੜਾ ਕਰ ਦੋ ਝਾਟੀ, ਉਹ ਫਸਣ ਵਾਲਾ ਕੰਮ ਹੀ ਹੈ। ਜਦੋਂ ਛੁੱਟਣਾ ਹੈ ਫੇਰ ਪਤਾ ਲੱਗਦਾ ਹੈ ਵੀ ਸਮੇਂ ਕਿੰਨੇ ਲੰਮੇ, ਕਿੰਨਾ ਔਖਾ। ਇਸ ਕਰਕੇ ਅਸੀਂ ਆਪਣਾ ਜੀਵਨ ਵਿਅਰਥ ਦੇ ਧੰਦਿਆਂ 'ਚ ਜ਼ਿਆਦਾ ਗਵਾਉਂਦੇ ਹਾਂ। ਜਿਨ੍ਹਾਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਵੀ ਹੁੰਦੀ, ਉਹਨਾਂ ਕੰਮਾਂ 'ਚ, ਉਹਨਾਂ ਗੱਲਾਂ 'ਚ ਵੀ ਅਸੀਂ ਸਮਾਂ ਬਹੁਤ ਖਰਾਬ ਕਰਦੇ ਹਾਂ। ਜੇ ਪੰਜਵੇਂ ਪਾਤਸ਼ਾਹ ਕਹਿੰਦੇ, ਹੇ ਜੀਵ ਤੂੰ ਇੱਥੇ ਬਹੁਤੀਆਂ ਗੱਲਾਂ ਮਾਰੀ ਜਾਣਾ, ਇੱਕ ਪ੍ਰਾਹੁਣੇ ਦੀ ਨਿਆਈ ਆਇਆ ਹੈ ਤੇ ਆਪਣੇ ਕੰਮ ਸਵਾਰਨ ਵਾਲਾ ਬਣ ਰਿਹਾ ਵੀ ਪਤਾ ਨਹੀਂ ਮੇਰੇ ਬਿਨਾਂ ਕੋਈ ਧੰਦਾ ਚੱਲਣਾ ਹੀ ਨਹੀਂ ਹੈ। ਜਿਵੇਂ ਟਟੀਰੀ ਬਾਰੇ ਸਿਆਣੇ ਆਮ ਹੀ ਕਹਾਵਤ ਕਹਿ ਕੇ ਪ੍ਰਮਾਣ ਦਿੰਦੇ ਆ ਵੀ ਉਹ ਆਪਣੀਆਂ, ਇੱਕ ਹੁੰਦਾ ਦੇ ਛੋਟਾ ਜਿਹਾ ਜੀਵ ਹੀ ਆ ਇੱਕ ਟਟੀਰੀ, ਪਰ ਜਦੋਂ ਸੌਂਦਾ ਹੈ ਨਾ ਤਾਂ ਉਦੋਂ ਉਹ ਆਪਣੀਆਂ ਲੱਤਾਂ ਤਾਂ ਨੂੰ ਕਰਕੇ ਸੌਂਦਾ। ਉਹਨੂੰ ਇਹਦੇ ਐਵੇਂ ਭੁਲੇਖਾ ਹੁੰਦਾ ਵੀ ਜੇ ਮੈਂ ਲੱਤਾਂ ਤਾਂ ਨਾ ਕੀਤੀਆਂ ਤਾਂ ਅਸਮਾਨ ਹੇਠਾਂ ਡਿੱਗ ਜੂ, ਸਾਰੇ ਮਰ ਜਾਣਗੇ, ਵੀ ਅਸਮਾਨ ਮੈਂ ਹੀ ਛੰਮਿਆ ਹੈ। ਇਵੇਂ ਸਾਨੂੰ ਹੈ ਵੀ ਮੇਰੇ ਬਿਨਾਂ ਕੰਮ ਚੱਲਦਾ ਹੀ ਨਹੀਂ, ਕਾਰਜ ਸਵਾਰਨ ਵਾਲੇ ਬਣੇ ਹਾਂ। ਮਾਇਆ ਕਾਮ ਵਿਆਪਿਆ। ਆ ਜਿਹੜੇ ਮਾਇਆ ਦੇ ਕੰਮ ਨੇ, ਮਾਇਆ ਦੇ ਧੰਦੇ ਹਨ, ਉਹਨਾਂ 'ਚ ਤਾਂ ਵਿਆਪਿਆ ਰਹਿਣਾ, ਹਰ ਸਮੇਂ ਚੰਬੜਿਆ ਰਹਿਣਾ। ਜੱਫਾ ਮਾਰ ਕੇ ਕਹਿੰਦੇ ਜਿਵੇਂ ਸੱਪ ਨੇ ਬਲਬਲਿੰਗ ਮਾਰੇ ਹੁੰਦੇ ਨਾ ਕਿਸੇ ਦਰਖਤ ਤੇ ਚੜਿਆ ਹੋਵੇ, ਇਸ ਤਰ੍ਹਾਂ ਮਾਇਆ ਦੇ ਕੰਮਾਂ ਦੇ ਵਿੱਚ ਜੱਫਾ ਮਾਰਿਆ ਹੋਇਆ, ਬਹੁਤਾ ਹੀ ਆਪਣੇ ਆਪ ਨੂੰ ਫਸਾਇਆ ਹੋਇਆ ਏ। ਸਮਝੈ ਨਾਹੀ ਗਾਵਾਰ। ਇਹ ਗਾਵਾਰ, ਹੇ ਮੂਰਖ ਤੈਨੂੰ ਸਮਝ ਹੀ ਨਹੀਂ ਹੈ, ਤੂੰ ਇਹ ਸਮਝਦਾ ਨਹੀਂ। ਮੱਲਾ ਮਾਰਦਾ, ਕਦੀ ਕਿਸੇ ਨਾਲ ਲੜ ਪਿਆ, ਕਦੀ ਕਿਸੇ ਨਾਲ ਝਗੜਾ, ਕਦੀ ਕਿਸੇ ਨੂੰ ਨੀਵਾਂ। ਤੈਨੂੰ ਇਹ ਸਮਝ ਨਹੀਂ ਆ ਵੀ ਇਹ ਮਨੁੱਖਾ ਜਨਮ ਮਿਲਿਆ ਹੈ ਨਾਮ ਜਪਣ ਦੇ ਲਈ। ਇਸ ਜ਼ਿੰਦਗੀ ਨੂੰ ਮੈਂ ਸਵਾਰਨਾ ਹੈ, ਸੇਵਾ ਵੀ ਕਰਨੀ, ਪਰਉਪਕਾਰ ਵੀ ਕਰਨੇ ਨੇ। ਜਿਵੇਂ ਗਵਾਲੇ ਆਉਂਦੇ ਹਨ, ਗੋਇਲ ਆਇਆ ਗੋਇਲੀ ਲੱਗਾ ਡੰਫ ਪਸਾਰ। ਉਹ ਆਉਂਦੇ ਤੇ ਹਨ ਵੀ ਕੁਝ ਸਮਾਂ ਚਲੋ ਵੀ ਇੱਧਰ ਜਿੱਧਰਲੇ ਬੰਨੇ ਮੀਂਹ ਪਵੇ ਤੇ ਵੀ ਇੱਥੋਂ ਘਾਹ ਚੰਗਾ ਹੁੰਦਾ, ਪਸ਼ੂ ਘਾਹ ਖਾ ਲੈਣਗੇ।
ਫਿਰ ਉਹਨਾਂ ਨੂੰ ਵਾਪਸ ਜਾਣਾ ਪੈਂਦਾ। ਪਰ ਜੇ ਉਹ ਉੱਥੇ ਹੀ ਪੱਕਾ ਟਿਕਾਣਾ ਬਣਾ ਕੇ ਬਹਿ ਜਾਣ, ਫਿਰ ਉਹ ਕਹਿ ਦਿੰਦੇ ਇਲਾਕੇ ਦੇ ਲੋਕ, ਚੱਲ ਪਈ ਹੁਣ ਤੇਰੇ ਇਲਾਕੇ 'ਚ ਮੀਂਹ ਪੈ ਗਿਆ, ਉੱਥੇ ਚੱਲ, ਆਪਣੇ ਖੇਤਾਂ 'ਚ ਆਪਣੇ ਨਗਰ 'ਚ ਚਾਰ ਜਾ ਕੇ ਪਸ਼ੂ। ਤੇ ਜੇ ਉਹ ਪੱਕਾ ਬਣਾਵੇ ਘਰ ਤਾਂ ਫਿਰ ਉਹਨੂੰ ਮੂਰਖ ਹੀ ਕਹਿੰਦੇ ਨੇ ਨਾ। ਇਸ ਤਰ੍ਹਾਂ ਜਿਹੜਾ ਗਵਾਲਾ ਹੈ ਉਹ ਇੱਕ ਥਾਂ ਤੇ ਨਹੀਂ ਜਿਵੇਂ ਰਹਿ ਸਕਦਾ ਰਿਹਾ, ਉਹਦਾ ਕੰਮ ਬਣਦਾ ਹੀ ਨਹੀਂ, ਲੋਕ ਫਿਰ ਝਗੜਦੇ ਹਨ। ਐਵੇਂ ਹੀ ਮਹਾਰਾਜ ਕਹਿੰਦੇ ਗਵਾਲੇ ਦੀ ਨਹੀਂ, ਗਵਾਰ ਬੇਸਮਝ ਹੋ ਰਿਹਾ ਹੈ ਤੂੰ ਇਹ ਜੀਵ, ਤੂੰ ਇਸ ਗੱਲ ਨੂੰ ਸਮਝਦਾ ਹੀ ਨਹੀਂ ਹੈ। ਸੰਸਾਰ ਦੀ ਮਾਇਕੀ ਪਕੜ ਬਹੁਤ ਹੈ, ਬਹੁਤ ਇਸ ਪਾਸੇ ਨੂੰ ਤੇਰਾ ਰੁਝਾਨ ਲੱਗਾ ਹੋਇਆ, ਪਦਾਰਥਾਂ ਵਿੱਚ, ਮਾਇਆ ਵਿੱਚ। ਉੱਠ ਚੱਲਿਆ ਪਛਤਾਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪੰਜਵੇਂ ਸਰੂਪ ਕਹਿੰਦੇ ਨੇ ਵੀ ਇਦਾਂ ਕਰਦਿਆਂ ਫਿਰ ਉੱਠ ਕੇ ਜਾਣਾ ਪੈਂਦਾ ਸੰਸਾਰ ਵਿੱਚ। ਜਦੋਂ ਉੱਠ ਕੇ ਚਲੇ ਹੀ ਗਿਆ ਨਾ, ਪਛਤਾਇਆ, ਫਿਰ ਪਛਤਾਤਾਪ ਕਰਦਾ, ਫਿਰ ਕਹਿੰਦਾ ਵੀ ਹੁਣ ਮੈਂ ਵਾਹਿਗੁਰੂ ਕਹਿ ਲਾਂ। ਕਈ ਕਹਿ ਲੈਂਦੇ ਨੇ ਨਾ, ਕੋਈ ਨਹੀਂ ਹਾਲਾਂ ਤੇ ਬਹੁਤ ਸਮਾਂ ਏ, ਕਰ ਲਾਂਗੇ ਸਿਮਰਨ, ਕੰਮ ਵੀ ਤਾਂ ਕਰਨੀ ਹੀ ਹੈ, ਅਖੀਰਲੇ ਸਮੇਂ ਕਰ ਲਾਂਗੇ। ਕਹਿੰਦੇ ਫੇਰ ਨਹੀਂ ਉਹ ਨਿਕਲ ਦਿੰਦੇ, ਉਹ ਹੀ ਬਸ ਨਿਕਲਦੀ ਹੈ। ਜੇ ਬੰਦਾ ਕਹੇ ਨਾ ਵੀ ਮੈਂ ਵਾਹਿਗੁਰੂ ਕਹਿ ਲਾਂਗਾ, ਉਹ ਵੀ ਪੱਕੇ ਹੱਥੀਂ ਆਉਂਦੇ, ਉਹ ਬੋਲਣ ਹੀ ਨਹੀਂ ਦਿੰਦੇ ਕਿਸੇ ਨਾਲ ਕੁਝ, ਉਹ ਨਹੀਂ ਕੋਈ ਗੱਲ ਕਰਨ ਦਿੰਦੇ। ਜਦੋਂ ਜੰਮ ਆਉਂਦੇ ਹਨ ਨੱਪਦੇ ਐਸਾ ਏ, ਜਦੋਂ ਜੰਮ ਆ ਕੇ ਨੱਪਦੇ ਹਨ ਫਿਰ ਬੰਦੇ ਕੋ ਬੋਲਿਆ ਵੀ ਨਹੀਂ ਜਾਂਦਾ, ਫਿਰ ਕਿਸੇ ਨੂੰ ਕੁਝ ਦੱਸਣ ਜੋਗਾ ਵੀ ਨਹੀਂ ਛੱਡਦੇ ਉਹ। ਉਦੋਂ ਜਦੋਂ ਪੰਜਵੇਂ ਪਾਤਸ਼ਾਹ ਕਹਿੰਦੇ ਉੱਠ ਕੇ ਚਲਾ ਹੀ ਗਿਆ, ਜਦੋਂ ਮੌਤ ਆ ਹੀ ਗਈ, ਫਿਰ ਤੇਰਾ ਪਛਤਾਇਆ ਵੀ ਕੀ ਆਖੂਗਾ। ਫਿਰ ਜਦੋਂ ਕੰਮ ਵਿਗਾੜ ਹੀ ਲਿਆ, ਤੂੰ ਜ਼ਿੰਦਗੀ ਸਾਰੀ ਖਰਾਬ ਕਰ ਹੀ ਲਈ, ਫਿਰ ਭਾਵੇਂ ਤੂੰ ਪਛਤਾਤਾਪ ਕਰੇ, ਉਹ ਨਾਮ ਨਹੀਂ ਜਪਿਆ, ਕੋਈ ਨੇਕ ਕੰਮ ਨਹੀਂ ਕੀਤਾ, ਫਿਰ ਕਹੀ ਜਾ ਵੀ ਜਮਾਂ ਨੂੰ ਮੈਨੂੰ ਸਮਾਂ ਦੇ ਦਿਓ। ਕਹਿੰਦੇ ਨਾ, ਪਹਿਲਾਂ ਦਿੱਤਾ ਉਹ ਥੋੜਾ, ਉਹਦੇ ਵਿੱਚ ਤੂੰ ਕੀ ਕਰ ਲਿਆ, ਉਹਦੇ ਵਿੱਚ ਤਾਂ ਬਸ ਝਖਾ ਮਾਰ ਕੇ ਨਿੰਦਾ ਚੁਗਲੀ ਧੰਦਿਆਂ 'ਚ ਜੀਵਨ ਲੰਘਾ ਲਿਆ, ਹੁਣ ਨਹੀਂ। ਇਸ ਤਰ੍ਹਾਂ ਜਦੋਂ ਜੀ ਫਿਰ ਉੱਠ ਕੇ ਹੀ ਤੁਰ ਪੈਂਦਾ ਹੈ, ਫਿਰ ਪਛਤਾਤਾਪ ਕਰਦਾ ਹੈ, ਫਿਰ ਝੂਰਦਾ ਹੈ ਵੀ ਸਿਮਰਨ ਨਹੀਂ ਕੀਤਾ ਮੈਂ। ਹਰਿਆ ਵਸ ਜੰਦਾਰ। ਤੇ ਜੋ ਜੰਦਾਰ, ਇੱਕ ਸਾਧ ਸੰਗਤ ਜੰਤਰ ਦਾ ਨਾਮ ਹੈ। ਤੇ ਜੰਦਾਰ ਭਾਵ ਇੱਥੇ ਹਥਿਆਰ, ਕੋਈ ਜਿਵੇਂ ਡੰਡਾ ਆਦਿਕ, ਜਿਹਦੇ ਹੱਥ ਵਿੱਚ ਡੰਡਾ ਆਦਿਕ ਕੋਈ ਹਥਿਆਰ ਹੁੰਦਾ, ਜਿਹੜਾ ਉਸ ਹਥਿਆਰ ਦੇ ਨਾਲ ਮਾਰ ਪਾਉਣ ਵਾਲਾ ਜਿਹੜਾ ਜੰਮ ਹੈ। ਜਿੰਦ ਆਰ, ਜਿਹੜਾ ਜਿੰਦ ਦਾ ਵੈਰੀ ਹੈ, ਜਿੰਦ ਨੂੰ ਜਿਹੜਾ ਦੁਖੀ ਕਰਨ ਵਾਲਾ ਏ, ਕਹਿੰਦੇ ਜਦੋਂ ਉਹਦੇ ਵਸ ਵਿੱਚ ਜੀ ਪੈ ਜਾਂਦਾ, ਜਦੋਂ ਜਮਾਂ ਦਾ ਛਾਪਾ ਪੈ ਜਾਂਦਾ ਹੈ, ਜਦੋਂ ਜਾਮੇ ਆ ਕਰਕੇ ਨੱਪ ਲੈਂਦੇ ਹਨ, ਫਿਰ ਪਛਤਾਇਆ ਵੀ ਕਿਸੇ ਕੰਮ ਨਹੀਂ ਹੈ। ਜਮ ਤਾਂ ਫਿਰ ਆਪਣੀ ਮਰਜ਼ੀ ਕਰਦੇ ਨੇ, ਫਿਰ ਤਾਂ ਉਹ ਆਪਣੇ ਹਿਸਾਬ ਦੇ ਨਾਲ ਸਜ਼ਾ ਦਿੰਦੇ ਹਨ, ਜਿਹੋ ਜਿਹੇ ਪਹਿਲੇ ਕਰਮ ਕੀਤੇ ਹਨ। ਤੇ ਕਹਿ ਦਿੰਦੇ ਨੇ ਨਾ, ਜਦੋਂ ਬਗਾਨੇ ਵਸ ਪੈ ਜਾਈਏ ਫਿਰ ਮਰਜ਼ੀਆਂ ਨਹੀਂ ਚੱਲਦੀਆਂ। ਮਰਜ਼ੀ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਆਜ਼ਾਦ ਹੈ, ਜਦੋਂ ਬਗਾਨੇ ਵਸ ਪੈਣਾ ਏ ਫਿਰ ਮਰਜ਼ੀ ਨਹੀਂ, ਫਿਰ ਤਾਂ ਉਹਦੇ ਅਨੁਸਾਰ ਹੀ ਚੱਲਣਾ ਪਊ ਨਾ। ਇਸੇ ਤਰ੍ਹਾਂ ਇੱਥੇ ਤਾਂ ਆਪਾਂ ਜਪ ਵੀ ਸਕਦੇ ਸਾਂ, ਜੋ ਮਰਜ਼ੀ ਕਰ ਲਓ, ਚੰਗਾ ਕਰ ਲਓ, ਮਾੜਾ ਕਰ ਲਓ, ਪਾਤਸ਼ਾਹ ਨੇ ਆਜ਼ਾਦੀ ਦੇ ਦਿੱਤੀ ਵੀ ਵੇਖਦੇ ਹੈ ਵੀ ਤੂੰ ਕੀ ਕੰਮ ਕਰਦਾ ਹੈ। ਪਰ ਜਦੋਂ ਜਮਾਂ ਦੇ ਵਸ ਪੈ ਗਿਆ, ਜਦੋਂ ਬਗਾਨਿਆਂ ਦੇ ਵਸ ਪਿਆ, ਉਹ ਤਾਂ ਫਿਰ ਆਪਣੇ ਹਿਸਾਬ ਨਾਲ ਕਰਨਗੇ ਸਾਰਾ ਕੁਝ, ਮਾਰਨਾ, ਕੁੱਟਣਾ, ਸਜ਼ਾ ਦੇਣੀ, ਬਖਸ਼ਣਾ, ਇਹ ਤਾਂ ਉਹਨਾਂ ਦੀ ਮਰਜ਼ੀ ਹੈ। ਅੰਧੇ ਤੂੰ ਬੈਠਾ ਕੰਦੀ ਪਾਹੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ, ਹੈ ਅੰਨੇ ਤੋਂ ਭਾਵ ਇੱਥੇ ਨੇਤਰਹੀਣ ਨੂੰ ਨਹੀਂ ਕਹਿੰਦੇ, ਅੱਖਾਂ ਹੈਗੀਆਂ ਵੀ ਨੇ ਪਰ ਫਿਰ ਵੀ ਸੁੱਝਦਾ ਉੜਦਾ ਨਹੀਂ, ਉਹਨੂੰ ਅੰਨਾ ਕਿਹਾ ਮਹਾਰਾਜ ਨੇ ਵੀ ਡੇਲੇ ਵੀ ਚੰਗੇ ਕੰਮ ਕਰਦੇ ਆ ਪਰ ਫਿਰ ਵੀ ਤੂੰ ਅੰਨਾ ਹੋ ਰਿਹਾ ਹੈ, ਭਾਵ ਅਗਿਆਨੀ ਹੈ। ਹੇ ਅੰਨੇ ਅਗਿਆਨੀ ਜੀਵ, ਤੂੰ ਬੈਠਾ ਕੰਧੀ ਪਾਹੇ, ਕਹਿੰਦੇ ਵੇਖ ਤੂੰ ਬੈਠਾ ਕਿੱਥੇ ਆ। ਜਿਵੇਂ ਸਾਧ ਸੰਗਤ ਕੋਈ ਦਰਿਆ ਦੇ ਕੰਢੇ ਦੇ ਕਿਨਾਰੇ ਤੇ ਢਾਹੇ ਦੇ ਬੈਠਾ ਹੋਵੇ, ਤਾਂ ਜਦੋਂ ਛੱਲਾਂ ਆਉਂਦੀਆਂ, ਜਦੋਂ ਪਾਣੀ ਚੜ੍ਹਦਾ ਰੋੜ ਕੇ ਲੈ ਜਾਂਦਾ ਸਭ ਕੁਝ। ਆ ਵੱਡੀਆਂ ਵੱਡੀਆਂ ਨਦੀਆਂ ਜਦੋਂ ਕੋਈ ਵੇਖਣ ਜਾਂਦੇ ਆ ਕਈ ਲੋਕ, ਤੇ ਉਹਨਾਂ ਨੇ ਬੋਰਡ ਲਾਏ ਹੁੰਦੇ ਨੇ ਵੀ ਇਹ ਪਾਣੀ ਜਦੋਂ ਮਰਜ਼ੀ ਵੱਧ ਸਕਦਾ ਹੈ, ਬਹਾਵ ਜਦੋਂ ਮਰਜ਼ੀ ਤੇਜ਼ ਹੋ ਸਕਦਾ, ਇਹਦੇ ਨੇੜੇ ਨਾ ਕੋਈ ਆਵੇ। ਲੋਕ ਫਿਰ ਵੀ ਉਹ ਕਿਨਾਰੇ ਤੇ ਜਾ ਕੇ ਅੱਜ ਕੱਲ੍ਹ ਜਿਵੇਂ ਫੋਟੋਆਂ ਜੀਆਂ ਖਿੱਚੀ ਜਾਂਦੇ, ਇਹ ਤਾਂ ਬਾਅਦ 'ਚ ਹੀ ਪਤਾ ਲੱਗਦਾ ਨਾ ਵੀ ਇੰਨੇ ਗਏ ਸੀ, ਇੰਨੇ ਰੁੜ ਗਏ। ਉਹ ਵਹਾ ਕੰਢੇ ਤੋਂ ਆਉਂਦੀ ਛੱਲ ਲੈ ਕੇ ਰੋੜ ਕੇ ਨਾਲ ਹੀ
ਵਿੱਚ ਹੀ ਜਜ਼ਬ ਕਰ ਲੈਂਦੀ ਹੈ। ਇਹੀ ਸਤਿਗੁਰੂ ਸਾਨੂੰ ਜਣਾ ਰਹੇ ਨੇ, ਅੰਨ੍ਹਿਆ ਗਿਆਨੀ ਜੀਵ ਇਹ ਸੰਸਾਰ ਰੂਪੀ ਨਦੀ ਹੈ, ਇਹਦੇ ਵਿੱਚ ਮੌਤ ਰੂਪੀ ਪਾਣੀ ਦੇ ਉਛਾਲੇ ਪੈ ਰਹੇ ਹਨ। ਜਿਹੜੇ 5 ਤੱਤਾਂ ਦੀ ਦੇਹ ਹੈ ਨਾ, ਇਹ ਮੰਨ ਲਓ ਤੂੰ ਕਿਨਾਰੇ ਤੇ ਬੈਠਾ ਹੋਇਆ ਹੈ, ਪਤਾ ਨਹੀਂ ਹੈ ਵੀ ਕਦੋਂ ਇਹ ਢਾਹ ਲੱਗ ਜਾਣੀ ਹੈ, ਇਹਦੇ ਵਿੱਚੇ ਰੋੜ ਕੇ ਤੈਨੂੰ ਲੈ ਜਾਣਾ। ਜਿਹੜੀ ਤੇਰੀ ਉਮਰ ਲੰਘ ਗਈ ਹੈ ਨਾ, ਇਹ ਮੰਨ ਵੀ ਉਹ ਪਾੜ ਪੈ ਗਿਆ ਵਿੱਚ, ਪਾੜ ਵੱਧਦਾ ਜਾਣਾ ਹੈ, ਢਿੱਗ ਡਿੱਗੀ ਤੇ ਰੋੜ ਕੇ ਵਿੱਚ ਹੀ ਲੈ ਜਾਣਾ। ਇਸ ਤਰ੍ਹਾਂ ਭਾਵ ਇਹ ਹੈ ਵੀ ਮੌਤ ਦੀ ਨਦੀ ਚੱਲ ਰਹੀ ਹੈ, ਜੀਵ ਇਹਦੇ ਵਿੱਚ ਆ ਰਹੇ ਨੇ, ਜਾ ਰਹੇ ਹਨ, ਮਰ ਰਹੇ ਹਨ। ਤੇ ਇਹ ਅੰਨਿਆ ਤੂੰ ਵੀ ਇੱਕ ਦਿਨ ਮਾਰੀ ਜਾਣਾ ਹੈ, ਕਿਉਂਕਿ ਰਹਿਣ ਨਾ ਪਾਵੈ ਸੁਰ ਨਰ ਦੇਵਾ ਊਠ ਸੁਧਾਰੇ ਕਰ ਮੋਨ ਜਨ ਸੇਵਾ। ਜਾਂ ਇਸੇ ਸ਼ਬਦ ਵਿੱਚ ਪਾਤਸ਼ਾਹ ਦਾ ਬਚਨ ਹੈ, ਬਾਦਸ਼ਾਹ ਸਾਹ ਵਾਪਾਰੀ ਮਰਨਾ ਜੋ ਦੀਸੈ ਸੋ ਕਾਲ ਹੈ ਖਰਨਾ। ਜਿਹੜਾ ਕੁਝ ਵੀ ਦਿਖ ਰਿਹਾ ਉਹ ਕਾਲ ਨੇ ਇੱਕ ਦਿਨ ਲੈ ਜਾਣਾ ਹੈ, ਕਿਉਂਕਿ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜੋ ਅੱਖਾਂ ਨਾਲ ਦੇਖਦਾ ਸਭ ਮਿਥਿਆ ਹੀ ਹੈ, ਨਾਸਵੰਤੀ ਹੈ, ਕੁਝ ਨਹੀਂ ਰਹਿਣਾ। ਕੋਈ ਤੁਰ ਗਿਆ, ਕੋਈ ਤੁਰਿਆ ਜਾ ਰਿਹਾ, ਕਈਆਂ ਨੇ ਤੁਰ ਜਾਣਾ ਹੈ। ਇਹ ਅੰਨੇ ਜੀਵ ਤੂੰ ਮੌਤ ਨੂੰ ਭੁਲਾ ਕੇ ਕਿਉਂ ਬੇਫਿਕਰ ਹੋ ਰਿਹਾ ਹੈ? ਵੇਖ ਮੌਤ ਦੇ ਕਿਨਾਰੇ ਤੇ ਬੈਠਾ, ਕਦੋਂ ਢਿੱਗ ਡਿੱਗ ਪੈਣੀ, ਤੇਰੇ ਸਵਾਸ ਪੂਰੇ ਹੋਣ ਰੂਪੀ ਪਤਾ ਹੀ ਨਹੀਂ ਲੱਗਣਾ। ਜੇ ਹੋਵੈ ਪੂਰਬ ਜੇ ਹੋਵੀ ਪੂਰਬ ਲਿਖਿਆ। ਕਹਿੰਦੇ ਵੀ ਜੇ ਕੋਈ ਪੂਰਬਲਾ ਲਿਖਿਆ ਕੋਈ ਚੰਗਾ ਲੇਖ ਤੇਰਾ ਹੋਵੇ, ਜੇ ਤੇਰੇ ਮੱਥੇ ਦੇ ਭਾਗ ਚੰਗੇ ਹੋਣ ਕੋਈ, ਤਾ ਗੁਰ ਕਾ ਬਚਨ ਕਮਾਹੇ। ਤਾਂ ਜਿੰਨੇ ਚਿਰ ਸਾਹ ਚੱਲਦੇ ਹਨ, ਇਹਨਾਂ ਸਾਹਾਂ ਚੱਲਦਿਆਂ ਦੇ ਵਿੱਚ ਵਿੱਚ ਹੀ ਗੁਰੂ ਸਾਹਿਬ ਦਾ ਬਚਨ ਸੁਣ ਲੈ, ਮੰਨ ਲਾ ਤੇ ਫੇਰ ਕਮਾਲਾ। ਅਜੇ ਤੇਰੇ ਭਾਗ ਹੈ ਨਾ, ਜਿਵੇਂ ਕੋਈ ਬਹੁਤਾ ਵਿਗੜਿਆ ਹੀ ਹੋਵੇ ਨਾ, ਤਾਂ ਫਿਰ ਸਿਆਣਾ ਸਮਝਾਉਂਦਾ ਕਹਿ ਦਿੰਦਾ ਵੀ ਹਾਜੇ ਵੀ ਜੇ ਤੈਨੂੰ ਕੋਈ ਅਕਲ ਕਰਨੇ ਦੇ ਮੌਕਾ ਹੈਗਾ ਹੀ ਤੇਰੇ ਕੋਲ, ਇੱਕ ਸੰਭਲ ਜਾ, ਠੀਕ ਰਹੇਗਾ। ਨਹੀਂ ਤੇ ਐਵੇਂ ਫਿਰ ਦਰ ਦਰ ਦੀਆਂ ਠੋਕਰਾਂ ਖਾਏਗਾ। ਭਾਵੇਂ ਉਹ ਦੁਨੀਆ ਦੀ ਕਿਸੇ ਗੱਲ ਨੂੰ ਹੀ ਸਮਝਾਉਣ, ਕੰਮ ਧੰਦੇ ਵਾਸਤੇ ਹੀ ਸਮਝਾਉਣ, ਕਿਸੇ ਵਿਗੜੇ ਨੂੰ ਹੀ ਸਮਝਾਉਣ, ਕਿਸੇ ਨਸ਼ੇੜੀ ਨੂੰ ਹੀ ਇਹ ਗੱਲ ਕਹਿ ਦਿੰਦੇ ਵੀ ਹਾਲਾਂ ਤਾਂ ਤੇਰੇ ਕੋਲ ਸਮਾਂ ਹੈ, ਫੇਰ ਨਹੀਂ ਗੱਲ ਬਣਨੀ। ਉਹੀ ਮਹਾਰਾਜ ਸਾਹਿਬ ਸਾਨੂੰ ਕਹਿ ਰਹੇ ਆ ਵੀ ਇਹ ਅਗਿਆਨੀ ਜੀਵ, ਜੇ ਤੇਰਾ ਕੋਈ ਲੇਖ ਹੈ ਨਾ ਲਿਖਿਆ, ਜੇ ਤੇਰੇ ਭਾਗ ਚੰਗੇ ਆ, ਕੋਈ ਕਰਮ ਤੇਰਾ ਚੰਗਾ ਹੈਗਾ, ਤਾਂ ਸਤਿਗੁਰੂ ਮਹਾਰਾਜ ਦੀ ਸੰਗਤ ਵਿੱਚ ਆ ਜਾ। ਗੁਰੂ ਸਾਹਿਬ ਤੇਰੇ ਭਲੇ ਦਾ ਹੀ ਬਚਨ ਕਰਨਗੇ, ਤੇਰਾ ਜੀਵਨ ਹੀ ਸਵਾਰਨਗੇ। ਆਪਾਂ ਹੁਣ ਗੁਰੂ ਘਰ ਆਉਂਦੇ ਆ, ਬਾਣੀ ਪੜ੍ਹਦੇ ਸੁਣਦੇ ਆ ਜਾਂ ਦਰਸ਼ਨ ਕਰਦੇ ਆ, ਸਤਿਗੁਰੂ ਸਾਹਿਬ ਸਾਡੇ ਕੋਲ ਕੁਝ ਲੈਂਦੇ ਆ, ਕੁਝ ਚਾਹੁੰਦੇ ਆ, ਕੁਝ ਮੰਗਦੇ ਆ। ਮਹਾਰਾਜ ਤਾਂ ਇਹੀ ਕਹਿੰਦੇ ਆ ਵੀ ਤੇਰਾ ਜੀਵਨ ਚੰਗਾ ਹੋਵੇ, ਤੂੰ ਕਿਰਤ ਵੀ ਧਰਮ ਦੀ ਕਰੇ, ਨੇਕ ਕਮਾਈ ਵੀ ਤੇਰੀ ਨੇਕ ਹੋਵੇ, ਤੇਰਾ ਜੀਵਨ ਨੇਕ ਹੋਵੇ, ਤੇਰਾ ਆਚਰਣ ਨੇਕ ਹੋਵੇ। ਸਾਨੂੰ ਤਾਂ ਚੰਗਾ ਹੀ ਬਣਾਉਣਾ ਚਾਹੁੰਦੇ ਨੇ ਨਾ ਪਾਤਸ਼ਾਹ। ਅੱਗੇ ਵੀ ਤੈਨੂੰ ਦੁਖੀ ਨਾ ਹੋਣਾ ਪਵੇ ਜਮਾਂ ਵਸ ਪੈ ਕੇ, ਇੱਥੇ ਵੀ ਵਕਾਰਾਂ ਵਸ ਪੈ ਕੇ ਦੁਖੀ ਨਾ ਹੋਵੇ। ਐਸੀ ਹੀ ਗੁਰਬਾਣੀ ਦੀ ਸਿੱਖਿਆ ਆਉਂਦੀ ਹੈ ਨਾ ਵਾਰ-ਵਾਰ ਸਾਰੀ। ਸਾਡਾ ਵੇਖੋ ਜੀਵਨ ਹੀ ਸਵਾਰਨਾ ਚਾਹੁੰਦੇ ਨੇ ਪਾਤਸ਼ਾਹ, ਤੇ ਇਹ ਆਪਾਂ ਜੇ ਗੁਰੂ ਘਰ ਆਉਂਦੇ ਆ ਤਾਂ ਇਹ ਸਾਡਾ ਫਿਰ ਕਾਰਜ ਵੀ ਸਫਲਾ ਤਾਂ ਹੀ ਹੈ ਜੇ ਮਹਾਰਾਜ ਦੇ ਬਚਨ ਮੰਨੀਏ, ਕਮਾਈਏ। ਤਾਂ ਜੇ ਗੁਰਾਂ ਦਾ ਬਚਨ ਨਹੀਂ ਅਸੀਂ ਮੰਨਣਾ, ਫਿਰ ਸਾਡਾ ਆਇਆ ਗਿਆ ਐਵੇਂ ਹੀ ਹੈ, ਜਿਵੇਂ ਪਾਣੀ ਦੇ ਉੱਤੇ ਲਕੀਰ ਹੈ, ਉਹਦਾ ਕੋਈ ਫਾਇਦਾ ਨਹੀਂ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜੇ ਤੇਰੇ ਲੇਖ ਚੰਗੇ ਹੈਗੇ ਨਾ ਭਲਿਆ, ਜੇ ਤੇਰਾ ਕੋਈ ਚੰਗਾ ਕਰਮ ਅੱਗੇ ਆ ਗਿਆ, ਤਾਂ ਕਹਿੰਦੇ ਗੁਰਾਂ ਦਾ ਬਚਨ ਕਮਾਲਾ। ਸਤਿਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ ਜੀਵਨ ਢਾਲ ਲੈ ਆਪਣਾ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਹਰੀ ਨਾਹੀ ਨਹਿ ਡੱਡਰੀ। ਤੇ ਜੇ ਜੀਵ ਆਖੇ ਨਾ ਹਾਲਾਂ ਤਾਂ ਬੜੀ ਉਮਰ ਹੈ, ਕੋਈ ਨਹੀਂ ਹਾਲਾਂ ਤੇ, ਜਿੱਦਾਂ ਕੋਈ ਕਹਿ ਦਿੰਦੇ ਨਾ ਕਈ ਯਾਰਾਂ, ਹਾਲਾਂ ਤਾਂ ਮੇਰੇ ਦਾੜੀ ਵੀ ਨਹੀਂ ਆਈ, ਕੋਈ ਨਹੀਂ ਜਦੋਂ ਦਾੜੀ ਆ ਜੂ ਫਿਰ ਵੇਖਾਂਗੇ। ਫਿਰ ਕਹਿੰਦਾ ਹਾਲਾਂ ਤਾਂ ਮੇਰੇ ਕਾਲਾ ਹੀ ਹੈ, ਫਿਰ ਕੀ ਹੋ ਗਿਆ, ਜੇ ਬੁਢੇਪਾ ਆਉਣਾ, ਬਾਣੀ ਪੜ੍ਹ ਲਾਂਗੇ, ਛਕ ਲਾਂਗੇ ਅੰਮ੍ਰਿਤ, ਬਣ ਜਾਗੇ ਗੁਰੂ ਵਾਲੇ। ਫਿਰ ਅਜੇ ਤਾਂ ਅੱਧਾ ਕੀ ਚਿੱਟਾ ਹੈ, ਕੋਈ ਕੋਈ ਕੇਸ ਹੀ ਚਿੱਟਾ ਹੈ, ਬਾਕੀ ਤਾਂ ਕਾਲਾ ਹੀ ਆ। ਮੈਨੂੰ ਕੀ ਹੋਣ ਲੱਗਾ ਜੇ ਬੁੱਢਾ ਵੀ ਹੋ ਗਿਆ? ਕਹਿੰਦਾ ਜਦੋਂ ਮੈਂ ਤਗੜਾ ਕਾਇਮ ਹੈ, ਹਾਲੇ ਨਹੀਂ ਮੈਂ ਲੈਂਦਾ ਇੰਨੇ ਸਾਲ, ਮੂੰਹੋਂ ਹੀ ਕਹਿ ਦਿੰਦਾ ਏ ਇੰਨੇ ਸਾਲ ਨਹੀਂ ਲੈਂਦਾ ਮੈਂ ਨਹੀਂ ਜਾਂਦਾ ਕਿਧਰੇ, ਬਸ ਆਸਾ ਹੀ ਲਾਈ ਹੋਈ ਆ, ਗਾਂ ਤੋਂ ਗਾਂ, ਗਾਂ ਤੋਂ ਗਾਂ। ਪਾਤਸ਼ਾਹ ਕਹਿੰਦੇ ਪਿਆਰਿਆ ਇੱਦਾਂ ਨਹੀਂ ਹੁੰਦਾ। ਉਦਾਹਰਣ ਦੇ ਕੇ ਸੌਖੀ ਜੀ ਸਮਝਾਉਂਦੇ ਹਨ।
ਹਰੀ ਨਾਹੀ ਨਹਿ ਡੱਡੁਰੀ। ਵੀ ਜਿਵੇਂ ਜ਼ਿਮੀਂਦਾਰ ਖੇਤੀ ਬੀਜਦਾ, ਹੁਣ ਜਿਵੇਂ ਮੰਨ ਲਓ ਵੀ ਕਣਕ ਹੀ ਬੀਜੀ ਆ ਜ਼ਿਮੀਂਦਾਰ ਕਿਸਾਨ ਨੇ, ਕਹਿੰਦੇ ਉਹਦੀ ਮਰਜ਼ੀ ਹੈ ਵੀ ਉਹ ਜੇ ਪਸ਼ੂਆਂ ਨੂੰ ਚਾਰਨਾ ਚਾਹੇ ਜਾਂ ਹੋਰ ਕਿਸੇ ਕਾਰਜ ਉਹ ਹਰੀਓ ਹੀ ਵੱਢ ਲਵੇ। ਆਖੇ ਵੀ ਵੱਢ ਦੋ, ਉਹਨੂੰ ਕੋਈ ਰੋਕ ਥੋੜਾ ਸਕਦਾ, ਉਹਨੂੰ ਸੰਗ ਥੋੜਾ, ਉਹਦੀ ਖੇਤੀ ਹੈ, ਮਾਲਕ ਹੈ। ਜੇ ਉਹ ਹਰੀ ਨਾ ਵੱਢੇ ਤਾਂ ਕਈ ਵਾਰ ਹੁੰਦੇ ਜਿਹੜੇ ਜ਼ਿਆਦਾ ਪਸ਼ੂ ਰੱਖਣ ਵਾਲੇ ਆ ਉਹ ਡੱਡੁਰੀ ਹੁੰਦੀ ਆ, ਵੀ ਜਿਹਨੂੰ ਜਾਂ ਗੱਦੜ ਜੀ ਵੀ ਕਹਿ ਦਿੰਦੇ ਆ ਨਾ, ਜਾਂ ਡੱਡਰੀ ਜੀ। ਜਦੋਂ ਦਾਣਿਆਂ ਦੇ ਵਿੱਚ ਦੁੱਧ ਜਿਹਾ ਭਰ ਜਾਂਦਾ ਹੈ, ਛਿੱਟਾ ਬਣਦਾ, ਪੱਕੀ ਤੋਂ ਪਹਿਲਾਂ ਅੱਧ ਪੱਕੀ ਦੀ ਜਿਹੜੀ ਖੇਤੀ ਹੁੰਦੀ ਆ, ਭਾਵੇਂ ਉਦੋਂ ਵੱਢ ਲੇ। ਜਾਂ ਉਹ ਕਹਿੰਦੇ ਵੀ ਹਰੀ ਵੱਢੇ ਹੀ ਨਾ, ਜਾਂ ਉਹ ਡੱਡਰੀ ਦਾਣਿਆਂ ਵਾਲੀ ਵੀ ਭਾਵੇਂ ਨਾ ਵੱਢੇ ਜੇ ਪੱਕੀ ਵੱਢਣ ਹਾਰ। ਪਰ ਜਦੋਂ ਪੱਕ ਗਈ ਫੇਰ ਤਾਂ ਵੱਢੀ ਜਾਣੀ ਹੋਈ ਹੈ ਨਾ। ਉਹ ਕਿਸਾਨ ਦੀ ਮਰਜ਼ੀ, ਹਰੀ ਵੀ ਵੱਢ ਸਕਦਾ ਹੈ, ਅੱਧੀ ਪੱਕੀ ਵੀ ਵੱਢ ਸਕਦਾ, ਭਾਵੇਂ ਹਰੀ ਜਾਂ ਅੱਧ ਪੱਕੀ ਨਾ ਵੀ ਵੱਢੇ। ਤਾਂ ਫਿਰ ਜਦੋਂ ਪੱਕ ਗਈ ਫੇਰ ਤਾਂ ਖੇਤੀ ਵੱਢੀ ਹੋਈ ਜਾਣੀ ਨਾ, ਫੇਰ ਤਾਂ ਨਹੀਂ ਖੜੇ ਰਹਿਣੇ ਫਸਲ ਦੇ ਉਹ ਬੂਟੇ। ਲੈ ਲੈ ਦਾਤ ਬਹੁਤਿਆ। ਫਿਰ ਉਸ ਵੇਲੇ ਜਿਹੜੇ ਕਿਸਾਨ ਦੇ ਨਾਲ ਮਦਦਗਾਰ ਨੇ ਉਹ ਦਾਤ ਆਪਣੀਆਂ ਦਾਤਰੀਆਂ ਲੈ ਲੈ ਕੇ ਪਹੁੰਚ ਜਾਂਦੇ ਨੇ ਉਹਦੇ ਸੱਦੇ ਤੇ। ਲਾਵੇ ਕਰ ਤੈਯਾਰ। ਪਹਿਲਾਂ ਹੀ ਜਿਹੜੇ ਲਾਵੇ ਹੁੰਦੇ, ਵਾਢੇ ਹੁੰਦੇ ਆ, ਫਸਲ ਨੂੰ ਵੱਢਣ ਵਾਲੇ ਜ਼ਿਮੀਂਦਾਰ ਉਹਨਾਂ ਨੂੰ ਪਹਿਲਾਂ ਹੀ ਤਿਆਰ ਰੱਖਦਾ ਵੀ ਫਲਾਣੇ ਦਿਨ ਆਪਾਂ ਹੱਥ ਲਾਉਣਾ, ਜੇ ਤਿਆਰ ਰਹੋ। ਲਾਵਿਆਂ ਨੂੰ ਤਿਆਰ ਕਰਕੇ ਦਾਤਰੀਆਂ ਲੈ ਕੇ ਪਹੁੰਚ ਜਾਂਦੇ ਨੇ ਖੇਤ ਵਿੱਚ। ਹੋਵਾ ਹੁਕਮ ਕਿਰਸਾਨ ਦਾ। ਜਦੋਂ ਫਿਰ ਕਿਰਸਾਨ ਦਾ ਹੁਕਮ ਹੋ ਜਾਂਦਾ, ਖੇਤੀ ਦੇ ਮਾਲਕ ਦਾ, ਵੀ ਵੱਢ ਦੋ ਹੁਣ, ਤਾਂ ਉਹ ਹੁਕਮ ਨੂੰ ਸੁਣਦੇ ਆ ਸਾਰ ਲੂਣ ਮਿਣਿਆ ਖੇਤਾਰ। ਤੇ ਸਾਰਾ ਹੀ ਜਿਹੜਾ ਖੇਤਾਰ ਖੇਤ ਹੈ ਉਹਨੂੰ ਸਾਧ ਸੰਗਤ ਜੀ ਉਹ ਜਿਹੜੇ ਲਾਵੇ ਕਾਮੇ ਹਨ, ਲੁਣ ਨਾਮ ਹੈ ਵੱਢਣ ਦਾ, ਵੱਢ ਲੈਂਦੇ ਨੇ। ਤੇ ਵੱਢੀ ਹੋਈ ਨੂੰ ਫਿਰ ਕੀ ਕਰਦੇ ਹਨ, ਮਿਣਦੇ ਨੇ। ਇੰਨੇ ਖੱਤੇ ਵੱਢੇ ਗਏ, ਇੰਨੇ ਕੁ ਕਿੱਲੇ ਵੱਢ ਦਿੱਤੇ ਹਨ। ਜਿਵੇਂ ਉਹ ਫਸਲ ਵੱਢ ਕਰਕੇ ਫਿਰ ਮਿਣਦੇ ਨੇ, ਹਿਸਾਬ ਕਿਤਾਬ ਪੂਰਾ ਰੱਖਦੇ ਹਨ। ਇਸ ਤਰ੍ਹਾਂ ਜਿਵੇਂ ਕਿਸਾਨ ਆਪਣੀ ਫਸਲ ਜਦੋਂ ਮਰਜ਼ੀ ਵੱਢ ਸਕਦਾ ਹੈ, ਐਵੇਂ ਇਹਦਾ ਅੰਤਰੀਵ ਭਾਵ ਮਹਾਰਾਜ ਬਖਸ਼ ਰਹੇ ਹਨ ਵੀ ਇਹ ਜਿੰਨੇ ਵੀ ਜੀਵ ਹਨ ਮਾਨੋ ਫਸਲ ਦੀ ਨਿਆਈ ਨੇ, ਤੇ ਜੋ ਕਿਸਾਨ ਹੈ ਉਹ ਮਾਲਕ ਵਾਹਿਗੁਰੂ ਹੈ। ਇਸ ਤਰ੍ਹਾਂ ਫਿਰ ਮਹਾਰਾਜ ਉਪਦੇਸ਼ ਬਖਸ਼ਦੇ ਹਨ ਅੰਤਰੀਵ। ਹਰੀ ਨਾਹੀ ਨਹਿ ਡੱਡੁਰੀ। ਕਹਿੰਦੇ ਵਾਹਿਗੁਰੂ ਦੀ ਮਰਜ਼ੀ ਹੈ ਵੀ ਉਹ ਹਰੀ ਵੱਢ ਲਵੇ, ਭਾਵ ਕਿ ਬਾਲਕ ਹੀ ਹੁੰਦਾ ਹੈ, ਹਾਲਾਂ ਛੋਟੀ ਹੋਈ ਉਮਰ ਹੁੰਦੀ ਹੈ, ਉਦੋਂ ਹੀ ਉਹ ਚਾਹੇ ਕਿਸੇ ਨੂੰ ਮਾਰ ਲਵੇ। ਤੇ ਜੇ ਬਾਲਕ ਅਵਸਥਾ ਵਿੱਚ ਨਾ ਮਾਰੇ ਡੱਡੁਰੀ, ਤਾਂ ਭਾਵ ਕਿ ਜਦੋਂ ਜਵਾਨੀ ਦੀ ਅੱਧ ਖੜ ਜੀ ਉਮਰ ਹੈ, ਚਾਹੇ ਉਹ ਜੀਵ ਕਿਸੇ ਨੂੰ ਉਦੋਂ ਮਾਰ ਲਵੇ, ਵੱਢ ਲਵੇ, ਕਿਉਂਕਿ ਜੀਵ ਆਪਾਂ ਸਾਰੇ ਉਹਦੀ ਮਾਲਕ ਦੀ ਖੇਤੀ ਆ। ਤੇ ਜਾਂ ਉਹਦੀ ਮਰਜ਼ੀ ਆ, ਭਾਵੇਂ ਉਹ ਬਾਲਕ ਅਵਸਥਾ ਵਿੱਚ ਵੀ ਨਾ ਵੱਢੇ ਮਾਰੇ, ਭਾਵੇਂ ਜਵਾਨੀ ਅੱਧ ਖੜ ਉਮਰ ਦੇ ਵਿੱਚ ਵੀ ਕੁਝ ਨਾ ਕਹੇ। ਪੱਕੀ ਵੱਢਣ ਹਾਰ। ਤੇ ਪਰ ਜਦੋਂ ਪੱਕਣ ਦੀ ਨਿਆਈ ਬੁਢੇਪਾ ਆ ਜਾਂਦਾ ਹੈ, ਉਦੋਂ ਤਾਂ ਫਿਰ ਵੱਢਣ ਵਾਲਾ ਕੰਮ ਹੋ ਹੀ ਜਾਂਦਾ ਨਾ। ਭਾਵ ਕਿ ਵੱਢ ਜਦੋਂ ਮਰਜ਼ੀ ਸਕਦਾ ਹੈ, ਮੌਤ ਜਦੋਂ ਮਰਜ਼ੀ ਆ ਸਕਦੀ ਹੈ। ਬਾਲਕ ਅਵਸਥਾ, ਫਿਰ ਅੱਗੇ ਉਸ ਤੋਂ ਹੈ ਕਿਸ਼ੋਰ ਅਵਸਥਾ, ਜਵਾਨੀ ਦੀ ਅਵਸਥਾ, ਅੱਧ ਖੜ ਅਵਸਥਾ, ਬੁਢੇਪੇ ਦੀ ਅਵਸਥਾ। ਇਹਨਾਂ ਉਮਰਾਂ ਦੇ ਵਿੱਚ ਜਦੋਂ ਮਰਜ਼ੀ ਪਰਮੇਸ਼ਰ ਦਾ ਜਦੋਂ ਹੁਕਮ ਹੋ ਗਿਆ ਤਾਂ ਉਹ ਆਪਣੀ ਖੇਤੀ ਵੱਢ ਸਕਦਾ ਹੈ। ਮੌਤ ਦਾ ਕੋਈ ਨਿਸ਼ਚਿਤ ਨਹੀਂ ਹੈ ਵੀ ਇਹ ਕਿਹੜੀ ਉਮਰ 'ਚ ਆਉਣੀ ਹੈ, ਕਿਹੜੇ ਸਮੇਂ ਆਉਣੀ ਹੈ। ਪਰ ਇਹ ਨਿਸ਼ਾਨੀ ਹੈ ਵੀ ਜਦੋਂ ਫਿਰ ਪੱਕ ਗਈ ਫਸਲ ਦੀ ਨਿਆਈ, ਬੁਢੇਪਾ ਆ ਗਿਆ, ਫੇਰ ਤਾਂ ਵੱਢ ਹੀ ਲੈਣੀ ਹੈ ਨਾ। ਫੇਰ ਤੇ ਹੁਣ ਪੱਕੀ ਨਿਸ਼ਾਨੀ ਹੈ ਹੀ ਵੀ ਇਹ ਮੌਤ ਆਵੇਗੀ ਹੀ ਆਵੇਗੀ। ਲੈ ਲੈ ਦਾਤ ਬਹੁਤਿਆ। ਉਸ ਵੇਲੇ ਜਿਹੜੇ ਕਾਮੇ ਕੌਣ ਨੇ ਇੱਥੇ ਕਾਮੇ ਹਨ ਜਿਹੜੇ ਅਜਰਾਈਲ, ਏਕਾਈਲ, ਮੇਕਾਈਲ, ਜਿਹੜੇ ਜਮ ਹਨ, ਇਹ ਕਾਮੇ ਨੇ ਪਰਮੇਸ਼ਰ ਅਕਾਲ ਪੁਰਖ ਜ਼ਿਮੀਂਦਾਰ ਕਿਸਾਨ ਦੇ। ਤੇ ਉਸ ਵੇਲੇ ਜਦੋਂ ਫਸਲ ਵੱਢਣ ਦਾ ਹੁਕਮ ਹੁੰਦਾ ਹੈ ਕਿਸਾਨ ਦਾ, ਇਹ ਆਪਣੇ ਛੰਦ ਲੈ ਕੇ, ਸ਼ਸਤਰ ਲੈ ਕੇ, ਦਾਤਰੀਆਂ ਲੈ ਕੇ ਪਹੁੰਚ ਜਾਂਦੇ। ਹੁਣ ਇਹਨਾਂ ਦੀਆਂ ਦਾਤਰੀਆਂ ਜੇ ਆਪਾਂ ਆਖੀਏ ਕਿਹੜੀਆਂ ਹਨ, ਸਾਧ ਸੰਗਤ ਜੀ, ਜਿਵੇਂ ਕਾਰਨ ਬਣ ਜਾਂਦਾ ਨਾ, ਫਲਾਣੇ ਨੂੰ ਫਲਾਨੀ ਬਿਮਾਰੀ ਹੋ ਗਈ ਤਾਂ ਚੜ੍ਹਾਈ ਕਰ ਗਿਆ, ਕੋਈ ਕਾਰਨ ਬਣ ਗਿਆ ਜੀ, ਰਾਹ ਜਾ ਰਿਹਾ ਸੀ, ਇੱਦਾਂ
ਦੁਰਘਟਨਾ ਹੋ ਗਈ, ਆਹ ਰੋਗ ਬਣਿਆ, ਪਤਾ ਹੀ ਨਹੀਂ ਲੱਗਾ ਕੀ ਹੋ ਗਿਆ। ਇਹ ਜਿਹੜੇ ਕਾਰਨ ਬਣਦੇ ਨੇ, ਜਿਹੜੇ ਬਹਾਨੇ ਬਣਦੇ ਹਨ, ਇਹ ਮਾਨੋ ਵੀ ਜਾਮਾ ਰੂਪੀ ਕਾਮਿਆਂ ਨੇ ਆਪਣੇ ਹੱਥ ਵਿੱਚ ਦਾਤਰੀਆਂ ਫੜੀਆਂ ਹੋਈਆਂ ਹਨ। ਲਾਵੇ ਕਰ ਤਿਆਰ, ਇਸ ਤਰ੍ਹਾਂ ਲਾਵਿਆਂ ਨੂੰ ਜਮਾਂ ਨੂੰ ਤਿਆਰ ਕਰਕੇ ਵਾਹਿਗੁਰੂ ਭੇਜ ਦਿੰਦਾ, ਦੱਸ ਦਿੰਦਾ ਹੈ ਪਹਿਲਾਂ ਵੀ ਉਹ ਫਲਾਨੀ ਫਸਲ ਵੱਢ ਲਿਆਓ। ਜਾ ਹੋਆ ਹੁਕਮ ਕਿਰਸਾਨ, ਜਦੋਂ ਅਕਾਲ ਪੁਰਖ ਵਾਹਿਗੁਰੂ ਕਿਸਾਨ ਦਾ ਹੁਕਮ ਹੋ ਜਾਂਦਾ ਹੈ ਜਮਾਂ ਦੇ ਤਾਏ, ਤਾ ਲੂਣ ਮਿਣਿਆ ਖੇਤਾਰ, ਤੇ ਤਾਂ ਸਦੋਂ ਸਾਧ ਸੰਗਤ ਜੀ ਆ ਕਰਕੇ ਨਾ ਲੂਣ ਮਿਣਿਆ ਕੀ ਹੈ ਵੀ ਮਿਣ ਕੇ ਵੀ ਇਹਦੇ ਇੰਨੇ ਸਾਲ ਸਨ ਜਿਉਣਾ, ਇੰਨੇ ਮਹੀਨੇ, ਫਿਰ ਇੰਨੇ ਹਫ਼ਤੇ, ਇੰਨੇ ਪੈਰ, ਇੰਨੇ ਘੜੀਆਂ, ਇੰਨੇ ਮਿੰਟ ਸਕਿੰਟ, ਇਹ ਪੂਰਾ ਜਦੋਂ ਮਿਣ ਲੈਂਦੇ ਨੇ ਨਾ ਵੀ ਹੁਣ ਗੱਲ ਬਣ ਗਈ, ਤੇ ਫਿਰ ਵੱਢ ਲੈਂਦੇ, ਭਾਵ ਕਿ ਸਰੀਰ ਦੇ ਵਿੱਚੋਂ ਜਿੰਦ ਜੰਮ ਕੱਢ ਕੇ ਲੈ ਜਾਂਦੇ ਹਨ। ਸੋ ਇਸੇ ਪ੍ਰਕਾਰ ਜਾਂ ਮਿਣਿਆ ਨਾਮ ਤੋਂ ਭਾਵ ਹੈ ਵੀ ਜਿਵੇਂ ਖੇਤ ਵੱਢ ਕੇ ਮਿਣਤੀ ਕਰੀਦੀ ਆ ਨਾ, ਹਿਸਾਬ ਕਿਤਾਬ ਕਰੀਦਾ ਵੀ ਇੰਨਾ ਵੱਢਿਆ ਗਿਆ, ਕਿਉਂਕਿ ਕਾਮਿਆਂ ਨੇ ਉਹ ਆਪਣਾ ਹਿਸਾਬ ਰੱਖਣਾ ਹੁੰਦਾ। ਇਸੇ ਪ੍ਰਕਾਰ ਜਦੋਂ ਪਰਮੇਸ਼ਰ ਦੇ ਹੁਕਮ ਦੇ ਨਾਲ ਜਨ ਜੀਵ ਦੀ ਜਿੰਦ ਕੱਢ ਕੇ ਜਾਂਦੇ ਨੇ, ਤੇ ਫਿਰ ਮਿਣਤੀ ਕਾਹਦੀ ਹੁੰਦੀ ਹੈ? ਮਿਣਤੀ ਹੁੰਦੀ ਹੈ ਇਹਦੇ ਕਰਮਾਂ ਦੀ, ਵੀ ਇਹਨੇ ਇੰਨੇ ਸਵਾਸ ਲਏ, ਇਹਨਾਂ ਸਵਾਸਾਂ 'ਚ ਨਾਮ ਕਿੰਨੀ ਵਾਰਾਂ ਜਪਿਆ, ਕਿੰਨੀ ਵਾਰਾਂ ਇਹਨੇ ਨਿੰਦਾ ਕੀਤੀ, ਮਾੜੇ ਕਰਮ ਕੀਤੇ, ਕਿਹੋ ਜਿਹਾ ਕੰਮ ਕੀਤਾ, ਉਹ ਸਾਰੀ ਫਿਰ ਮਿਣਤੀ ਕਰਦੇ ਹਨ। ਜਿਹੜੇ ਜੀਵ ਦੇ ਸਵਾਸ ਕੱਢ ਕੇ ਲੈ ਕੇ ਜਾਂਦੇ ਨੇ ਉਹਦੇ ਕਰਮਾਂ ਦਾ ਹਿਸਾਬ ਵੀ ਪੂਰਾ ਰੱਖਦੇ ਹਨ। ਪਹਿਲਾ ਪਹਿਰ ਧੰਦਾ ਗਿਆ, ਇੱਕ ਤਾਂ ਮਹਾਰਾਜ ਨੇ ਖੇਤੀ ਦੇ ਪ੍ਰਕਾਰ ਨਾਲ ਕਹਿ ਦਿੱਤਾ ਵੀ ਹਰੀ ਹੋਵੇ ਭਾਵੇਂ ਅੱਧੀ ਪੱਕੀ ਹੋਵੇ ਭਾਵੇਂ ਪੱਕੀ ਹੋਵੇ, ਜਦੋਂ ਮਰਜ਼ੀ ਮਾਲਕ ਵੱਢ ਲਵੇ, ਉਹਦੀ ਮਰਜ਼ੀ ਆ। ਇਵੇਂ ਬਾਲਕ ਅਵਸਥਾ ਵਿੱਚ ਹੋਵੇ, ਗਰਭ ਵਿੱਚ ਹੋਵੇ, ਗਰਭ ਚੋਂ ਬਾਹਰ ਆਇਆ, ਜਵਾਨ ਹੈ, ਬੁਢੇਪਾ ਹੈ, ਜਦੋਂ ਮਰਜ਼ੀ, ਉਹ ਮਾਲਕ ਦੀ ਮਰਜ਼ੀ ਹੈ, ਉਹਦਾ ਹੁਕਮ ਹੋਣਾ, ਉਸ ਵੇਲੇ ਜਮ ਜਿੰਦ ਕੱਢ ਕੇ ਲੈ ਜਾਂਦੇ ਨੇ। ਫਿਰ ਅੱਗੇ ਜੇ ਬੰਦਾ ਆਖੇ ਵੀ ਹਾਲਾਂ ਕੋਈ ਨਹੀਂ ਸਮਾਂ ਹੈ, ਤਾਂ ਦਿਨ ਰਾਤ ਜਿਵੇਂ ਵਿਅਰਥ ਜਾ ਰਹੀ ਹੈ ਨਾ, ਪਹਿਰਾਂ ਦੀ ਵੰਡ ਦੇ ਵਿੱਚ ਮਹਾਰਾਜ ਸਮਝਾਉਂਦੇ ਨੇ। ਸਮੇਂ ਦੀ ਵੰਡ ਹੁੰਦੀ ਸੀ ਨਾ ਪੁਰਾਣੀ, ਪਹਿਰ, ਅੱਜ ਕੱਲ੍ਹ ਜਿਵੇਂ 3 ਘੰਟਿਆਂ ਦੇ ਸਮੇਂ ਨੂੰ ਇੱਕ ਪਹਿਰ ਕਹਿੰਦੇ ਹਨ, ਤੇ ਇਵੇਂ ਦਿਨ ਰਾਤ ਦੇ 8 ਪਹਿਰ ਹੁੰਦੇ ਨੇ। 4 ਪਹਿਰ ਹੀ ਰਾਤ ਮੰਨੀ ਹੈ, 4 ਪਹਿਰ ਹੀ ਦਿਨ ਮੰਨਿਆ ਹੈ। ਤੇ ਪਾਤਸ਼ਾਹ ਜੀ ਉਹ ਰਾਤ ਦਿਨ ਦੇ ਜਿਹੜੇ ਪਹਿਰਾਂ ਦੀ ਗਿਣਤੀ ਆ, ਉਹਦੇ ਮੁਤਾਬਕ ਸਾਨੂੰ ਸਿੱਖਿਆ ਦਿੰਦੇ ਨੇ, ਭਾਈ ਹਾਲਾ ਹੀ ਸੰਭਲ ਜਾ, ਪਹਿਲਾ ਪਹਿਰ ਧੰਦਾ ਗਿਆ, ਜਿਹੜਾ ਤੇਰਾ ਪਹਿਲਾ ਪਹਿਰ ਹੈ, ਜਿਵੇਂ ਸਾਰਾ ਦਿਨ ਕੰਮ ਧੰਦੇ ਕਰਦਾ ਰਹਿੰਦਾ ਹੈ ਜੀਵ, ਤੇ ਜਿਹੜਾ ਰਾਤ ਦਾ ਪਹਿਲਾ ਪਹਿਰ ਆਉਂਦਾ ਨਾ 6 ਤੋਂ 9 ਵਜੇ ਦਾ ਸਮਾਂ, ਕਹਿੰਦੇ ਉਹ ਵੀ ਸਮਾਂ ਫਿਰ ਧੰਦਿਆਂ ਨੂੰ ਸੰਕੋਚਦੇ ਆ, ਪ੍ਰਸ਼ਾਦਾ ਪਾਣੀ ਛਕਦੇ ਆ, ਹਿਸਾਬ ਕਿਤਾਬ ਕਰਦੇ ਆ, ਅੱਜ ਇੰਨੀ ਮਿਹਨਤ ਕੀਤੀ, ਅੱਜ ਇੰਨੇ ਖੱਟੇ, ਆਹ ਲਾਭ, ਆਹ ਨੁਕਸਾਨ। ਇਵੇਂ ਜਿਹੜਾ ਪਹਿਲਾ ਪਹਿਰ ਹੈ ਤੇਰੇ ਉਹ ਰਾਤ ਦੇ ਸਮੇਂ ਦਾ, ਉਹ ਵੀ ਧੰਦਿਆਂ ਦੇ ਵਿੱਚ ਹੀ, ਹਿਸਾਬ ਕਿਤਾਬ ਵਿੱਚ, ਖਾਣ ਪੀਣ ਵਿੱਚ ਹੀ ਚਲਾ ਗਿਆ। ਦੂਜਾ ਭਾਰ ਸੋਇਆ, ਤੇ ਜਦੋਂ ਦੂਜਾ ਪਹਿਰ ਆ ਗਿਆ ਰਾਤ ਦਾ, ਤੇ ਫਿਰ ਨੀਂਦ ਭਰ ਕੇ ਸੁੱਤਾ, ਲੰਮੀਆਂ ਤਾਣ ਕੇ ਬਿਲਕੁਲ ਗੂੜੀ ਨੀਂਦ ਦੇ ਵਿੱਚ ਸੌਂ ਗਿਆ। ਤੀਜਾ ਝਾਖ ਚਖਾਇਆ, ਤੇ ਰਾਤ ਦਾ ਤੀਜਾ ਪਹਿਰ ਹੋਇਆ ਤਾਂ ਚਖਾ ਚਖਾਉਣ ਲੱਗ ਪਿਆ, ਵਿਸ਼ੇ ਵਿਕਾਰ ਭੋਗਣ ਵੱਲ ਧਿਆਨ ਦਿੱਤਾ। ਭੈੜੇ ਹੀ ਸੁਪਨੇ ਜੋ ਦਿਨ ਦੇ ਵਿੱਚ ਜੋ ਵੇਖਦਾ ਹੈ, ਉਹੋ ਹੀ ਫਿਰ ਚਖਾ ਮਾਰਦਾ, ਸੁਪਨੇ ਵੀ ਇਹੋ ਜਿਹੇ ਭੈੜੇ ਤੱਕਦਾ ਏ। ਜਾਂ ਤੀਜਾ ਝਾਖ ਚਖਾਇਆ, ਤੀਸਰੇ ਪਹਿਰ ਦੇ ਵਿੱਚ ਵਿਕਾਰਾਂ ਦੀਆਂ ਚਖਾ ਮਾਰਦਾ, ਵਿਸ਼ੇ ਭੋਗਦਿਆਂ ਸਮਾਂ ਲੰਘਾ ਦਿੰਦਾ। ਚੌਥਾ ਹੋਰ ਭਇਆ, ਤੇ ਏਦਾਂ ਹੀ ਫਿਰ ਚੌਥਾ ਪਹਿਰ ਜਦੋਂ ਉਹ ਵੀ ਲੰਘ ਜਾਂਦਾ ਤੇ ਦਿਨ ਚੜ੍ਹ ਆਉਂਦਾ ਹੈ, ਸਾਰੀ ਰਾਤ ਵਿਅਰਥ ਹੀ ਚਲੇ ਗਈ, ਨਾ ਪਹਿਲੇ 'ਚ, ਨਾ ਦੂਜੇ 'ਚ, ਨਾ ਤੀਜੇ 'ਚ, ਨਾ ਚੌਥੇ ਪਹਿਰ 'ਚ ਹੀ ਸਿਮਰਨ ਕੀਤਾ, ਸਾਰੀ ਰਾਤ ਹੀ ਅਜਾਈ ਗਵਾ ਦਿੱਤੀ। ਇਸੇ ਤਰ੍ਹਾਂ ਹੀ ਇਹੀ ਵੰਡ ਜ਼ਿੰਦਗੀ ਤੇ ਕਰਕੇ ਦੱਸਦੇ ਹਨ। ਪਹਿਲਾ ਪਹਿਰ ਧੰਦਾ ਗਿਆ, ਜ਼ਿੰਦਗੀ ਦੇ ਮਹਾਰਾਜ ਨੇ ਪਹਿਰ ਵੰਡੇ ਨੇ, ਜਿਵੇਂ ਰਾਤ ਦੇ 4 ਪਹਿਰ ਕਹੇ ਨਾ ਵੀ ਉਹ ਵੀ ਸਿਮਰਨ ਤੋਂ ਬਿਨਾਂ ਅਜਾਈ ਚਲੇ ਗਏ, ਇਵੇਂ ਪਹਿਲਾ ਪਹਿਰ ਹੈ ਬਾਲਕ ਅਵਸਥਾ ਤੇ ਕੁਮਾਰ ਅਵਸਥਾ। ਜੋ ਪਹਿਲਾ ਪਹਿਰ ਹੈ, ਜਿਵੇਂ ਬਾਲਕ ਅਵਸਥਾ 12 ਵਰ੍ਹਿਆਂ ਤੀਕਰ ਹੈ,
ਤੇ 12 ਤੋਂ ਅੱਗੇ ਫਿਰ 16 ਤੀਕਰ ਜਾਂ 18 ਤੀਕਰ ਇਹ ਕਿਸ਼ੋਰ ਅਵਸਥਾ ਮੰਨੀ ਜਾਂਦੀ ਹੈ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਆ ਜੀਵ ਜ਼ਿੰਦਗੀ ਦਾ ਜਿਹੜਾ ਤੇਰਾ ਪਹਿਲਾ ਪੈਰ ਹੈ ਨਾ, ਜ਼ਿੰਦਗੀ ਰੂਪੀ ਰਾਤ ਦਾ, ਜਿਹੜੀ ਸਾਰੀ ਉਮਰ ਹੈ ਨਾ ਸਾਡੀ, ਇਹ ਸਮਝ ਲਓ ਵੀ ਇੱਕ ਰਾਤ ਹੈ। ਤੇ ਜ਼ਿੰਦਗੀ ਰੂਪੀ ਰਾਤ ਦਾ ਪਹਿਲਾ ਪੈਰ ਬਾਲਕ ਅਵਸਥਾ ਤੇ ਕੁਮਾਰ ਅਵਸਥਾ, ਇਹ ਖੇਡਣ ਦੇ, ਖਾਣ ਪੀਣ ਦੇ ਅਤੇ ਫਿਰ ਪੜ੍ਹਨ ਦੇ, ਲਿਖਣ ਦੇ, ਧੰਦੇ ਕਰਨ ਦੀਆਂ ਜੁਗਤੀਆਂ ਦੱਸਣੀਆਂ ਵੀ ਐਦਾਂ ਕੰਮ ਕਰੀਦਾ, ਐਦਾਂ ਵੱਡੇ ਬਣੀਦਾ। ਇਹ ਬੱਚਿਆਂ ਨੂੰ ਕਹਿੰਦੇ ਨੇ ਨਾ ਲੋਕ ਵੀ ਤੂੰ ਅਫਸਰ ਬਣੇਗਾ, ਕੀ ਬਣੇਗਾ। ਪਹਿਲਾ ਪੈਰ ਜੋ ਜ਼ਿੰਦਗੀ ਦਾ ਹੈ ਉਹ ਤਾਂ ਇਹੋ ਜਿਹੀਆਂ ਖੇਡਾਂ 'ਚ, ਧੰਦਿਆਂ 'ਚ, ਪੜ੍ਹਾਈ ਲਿਖਾਈ ਤੇ ਕੰਮ ਸਿਖਾਉਣ ਵਿੱਚ ਹੀ ਲੰਘ ਗਿਆ। ਦੂਜੈ ਭਾਰ ਸੋਇਆ। ਤੇ ਫਿਰ ਜਦੋਂ ਦੂਜਾ ਪੈਰ ਆਇਆ, ਭਾਵ ਜਦੋਂ ਜਵਾਨੀ ਆਈ, ਜਦੋਂ ਸਰੀਰ ਦੇ ਉੱਤੇ ਜੋਬਨ ਆਇਆ, ਜਦੋਂ ਬਲ ਆਇਆ ਸਰੀਰ ਦੇ ਵਿੱਚ, ਤਾਂ ਵਿਸ਼ੇ ਵਕਾਰ ਭੋਗਣ ਦੇ ਵਿੱਚ ਹੀ ਕਹਿੰਦੇ ਸੋਇਆ ਸੁੱਤਾ ਰਿਹਾ। ਫਿਰ ਅਵਿਦਿਆ ਦੀ ਨੀਂਦ ਵਿੱਚ ਹੀ ਸੁੱਤਾ ਰਿਹਾ। ਜਵਾਨੀ ਦੇ ਨਸ਼ਾ ਐਸਾ ਚੜਿਆ ਵੀ ਅਗਿਆਨਤਾ ਅਵਿਦਿਆ ਦੀ ਨੀਂਦ ਨੇ ਗੂੜਾ ਤੇ ਜ਼ੋਰ ਪਾਇਆ ਤੇ ਵਿਸ਼ੇ ਵਕਾਰ ਭੋਗਣ ਰੂਪੀ, ਮਾੜੇ ਕੰਮ ਕਰਨ ਰੂਪੀ ਸੁੱਤਾ ਹੀ ਰਿਹਾ। ਜਾਂ ਜਿਵੇਂ ਜਵਾਨੀ ਦੀ ਉਮਰ ਕਹਿੰਦੇ ਸੌਂ ਕੇ ਲੰਘਾ ਲਈ, ਆਖੇ ਜੇ ਕਦੇ 10 ਮਿੰਟ ਪਹਿਲਾਂ ਠਾ ਦੇਣ, ਕਹਿੰਦੇ ਸੌਣ ਹੀ ਨਹੀਂ ਦਿੰਦੇ। ਕੌਣ ਨਹੀਂ ਸੌਣ ਦਿੰਦਾ? ਕਹਿੰਦੇ ਘਰ ਦੇ। ਉਹ ਤਾਂ ਦਿਨੇ ਹੀ ਆਵਾਜ਼ਾਂ ਮਾਰੀ ਜਾਣਗੇ, ਰਾਤ ਹੁੰਦੀ ਹਾਲਾਂ ਵਾਲੇ ਅੱਧੀ ਰਾਤ ਹੀ ਕਹਿਣਗੇ ਉੱਠ ਨਹਾ ਲੈ, ਕੰਮ ਕਰ ਲੈ, ਗੁਰਦੁਆਰੇ ਚਲੇ ਜਾ। ਐਵੇਂ ਜਦੋਂ ਜਵਾਨੀ ਹੁੰਦੀ ਆ ਨਾ, ਉਦੋਂ ਕਹਿੰਦਾ ਸੌਣ ਹੀ ਨਹੀਂ ਦਿੰਦੇ ਮੈਨੂੰ ਘਰ ਦੇ। ਉਹ ਵੀ ਕਹਿੰਦੇ ਸੌਂ ਕੇ ਲੰਘਾ ਲਈ। ਜਾਂ ਫਿਰ ਜਵਾਨੀ ਦੀ ਉਮਰ ਅਵਿਦਿਆ ਦੇ ਅਤੇ ਅਗਿਆਨਤਾ ਦੇ, ਨੀਂਦ ਦੇ ਜ਼ੋਰ ਦੇ ਵਿੱਚ ਵਿਸ਼ੇ ਵਕਾਰ ਭੋਗਦਿਆਂ ਸਾਰੀ ਲੰਘਾ ਲਈ। ਐਵੇਂ ਜ਼ਿੰਦਗੀ ਦਾ ਜਿਹੜਾ ਦੂਜਾ ਹਿੱਸਾ, ਦੂਜਾ ਪੈਰ ਹੈ, ਉਹ ਵੀ ਇਸੇ ਤਰ੍ਹਾਂ ਗੁਜ਼ਰ ਗਿਆ ਜਵਾਨੀ ਦਾ। ਤੀਜੈ ਝਾਕ ਚਖਾਇਆ। ਫਿਰ ਜਦੋਂ ਤੀਜਾ ਪੈਰ ਆਇਆ ਜ਼ਿੰਦਗੀ ਰੂਪੀ ਰਾਤ ਦਾ, ਜਦੋਂ ਅੱਧ ਖੜ ਜਿਹਾ ਹੋਇਆ, ਜਦੋਂ ਪ੍ਰੋਢਿਆ ਜੀ ਉਮਰ ਆਈ, ਫਿਰ ਚਖਾਈ ਚਖਾਉਂਦਾ ਰਹਿੰਦਾ। ਕਹਿੰਦਾ ਹੁਣ ਤਾਂ ਮੈਂ, ਹੁਣ ਬੱਚੇ ਐ ਗਾ, ਪਰਿਵਾਰ ਪਾਲਣਾ, ਇਹਨਾਂ ਨੂੰ ਪੜ੍ਹਾਈ ਲਿਖਾਈ ਕਰਾਉਣੀ ਹੈ, ਪੈਸੇ ਕਮਾਏ ਨੇ, ਹੁਣ ਖਾਣੇ ਪੀਣੇ ਐ, ਐਸ਼ ਕਰਨੀ ਹੈ। ਉਹ ਫਿਰ ਮਾਇਆ ਦੀਆਂ ਚਖਾਂ ਹੀ ਚਖਾਉਂਦਾ ਰਹਿੰਦਾ ਹੈ। ਮਾਇਆ ਦੇ ਜਿਹੜੇ ਧੰਦਿਆਂ 'ਚ ਹੋਰ ਵਿਆਪ ਜਾਂਦਾ। ਕਹਿੰਦੇ ਵੀ ਬਥੇਰੀ ਕਮਾਈ ਕਰ ਲਈ, ਕਹਿੰਦਾ ਨਾ ਹੁਣ ਤਾਂ ਜ਼ਿੰਮੇਵਾਰੀਆਂ ਪੈ ਗਈਆਂ, ਬੱਚੇ ਵਿਆਹੁਣੇ ਐ, ਆਹ ਕੰਮ ਕਰਨਾ, ਉਹ ਕਰਨਾ, ਹਾਲਾਂਕਿ ਹੋਰ ਮੈਨੂੰ ਆਹ ਵਸਤੂ ਚਾਹੀਦੀ, ਉਹ ਚਾਹੀਦੀ, ਹੋਰ ਹੀ ਫਸ ਗਿਆ ਧੰਦਿਆਂ 'ਚ। ਜਦੋਂ ਜ਼ਿੰਦਗੀ ਦਾ ਤੀਜਾ ਪਹਿਰ ਆ ਗਿਆ, ਜਦੋਂ ਪ੍ਰੋਢਿਆ ਅਵਸਥਾ ਆ ਗਈ, ਜਦੋਂ ਅੱਧ ਖੜ ਜੀ ਉਮਰ ਆ ਗਈ, ਬੁਢੇਪੇ ਤੋਂ ਪਹਿਲਾਂ ਦੇ ਜਵਾਨੀ ਤੋਂ ਬਾਅਦ ਵਾਲਾ ਜਿਹੜਾ ਸਮਾਂ ਹੈ, ਇਹ ਜ਼ਿੰਦਗੀ ਦਾ ਤੀਜਾ ਪਹਿਰ ਵੀ ਸਾਧ ਸੰਗਤ ਜੀ ਚਖਾਂ ਦੇ ਵਿੱਚ ਹੀ ਲੰਘ ਗਿਆ ਇਸ ਜੀਵ ਦਾ। ਚੌਥਾ ਭੋਰ ਭਇਆ। ਫਿਰ ਚੌਥਾ ਪਹਿਰ ਜ਼ਿੰਦਗੀ ਦਾ, ਜਦੋਂ ਕੇਸ ਵੀ ਚਿੱਟੇ ਹੋ ਗਏ, ਬੁਢੇਪਾ ਆ ਗਿਆ, ਉਸ ਵੇਲੇ ਫਿਰ ਨਾਲ ਹੀ ਭੋਰ ਭਇਆ, ਦਿਨ ਚੜ ਆਇਆ ਮੌਤ ਰੂਪੀ। ਫਿਰ ਉਮਰ ਰੂਪੀ ਰਾਤ ਮੁੱਕ ਗਈ ਤੇ ਫਿਰ ਮੌਤ ਰੂਪੀ ਦਿਨ ਚੜ ਆਇਆ, ਸੂਰਜ ਰੂਪੀ ਕਾਲ ਆ ਗਿਆ। ਕਹਿੰਦਾ ਚੱਲ ਪਈ ਹੁਣ। ਫਿਰ ਕਹਿੰਦਾ ਹਾਲੇ ਤੇ ਮੈਂ ਤੇ ਜੀ ਨਾਮ ਹੀ ਨਹੀਂ ਜਪਿਆ। ਕਹਿੰਦੇ ਫਿਰ ਸਾਰੀ ਰਾਤ ਪਈ ਸੀ ਨਾ, ਜ਼ਿੰਦਗੀ ਸਾਰੀ ਪਈ ਸੀ ਨਾਮ ਜਪਣ ਨੂੰ। ਤੈਨੂੰ ਕਿਸੇ ਰੋਕਿਆ ਸੀ? ਤੇਰਾ ਹੱਥ ਫੜਿਆ ਸੀ ਕਿਸੇ ਨੇ? ਤੇਰਾ ਮੂੰਹ ਸੀਤਾ ਸੀ? ਜੇ ਮੂੰਹ ਵੀ ਸੀਤਾ ਤੇ ਜ਼ਬਾਨ ਨਾਲ ਤਾਂ ਕਹਿ ਸਕਦਾ ਸੀ ਨਾ ਵਾਹਿਗੁਰੂ। ਜ਼ਬਾਨ ਦੇ ਨਾਲ ਤਾਂ ਸਿਮਰਨ ਹੋ ਹੀ ਸਕਦਾ ਸੀ। ਜ਼ਬਾਨ ਵੀ ਨਾ ਚੱਲੇ, ਮਨ ਤਾਂ ਕਰਦਾ ਹੀ ਆ ਨਾ ਕੰਮ, ਅੰਦਰ ਖਿਆਲ ਆਉਂਦੇ। ਮਾਤਾ ਦੇ ਉਧਰ ਵਿੱਚ ਕਿਹੜਾ ਬੋਲ ਕੇ ਜਪਦਾ ਸੀ ਜਾਂ ਜ਼ਬਾਨ ਹਿਲਾਉਂਦਾ ਸੀ? ਉੱਥੇ ਵੀ ਤਾਂ ਸੁਰਤੀ ਦੁਆਰਾ ਹੀ ਸਿਮਰਨ ਚੱਲਦਾ ਹੈ ਨਾ। ਮਾਤ ਗਰਭ ਮਹਿ ਆਪਨ ਸਿਮਰਨ ਦਾ, ਉੱਥੇ ਵਾਹਿਗੁਰੂ ਆਪਣਾ ਸਿਮਰਨ ਦਿੰਦਾ ਸਵਾਸਾਂ ਨਾਲ। ਉੱਥੇ ਤਾਂ ਸਾਹ ਵੀ ਨਹੀਂ ਹਾਲਾਂ ਜਦੋਂ ਆਉਂਦੇ ਹੁੰਦੇ, ਉਦੋਂ ਵੀ ਸਿਮਰਨ ਚੱਲਦਾ ਹੈ। ਮਾਂ ਦੇ ਸਾਹਾਂ ਦੇ ਨਾਲ ਹੀ ਜਦੋਂ ਜ਼ਿੰਦਗੀ ਹੈ। ਫਿਰ ਕਹਿੰਦੇ ਵੀ ਉਹ ਤੈਨੂੰ ਸਾਰੀ ਉਮਰ ਦਿੱਤੀ ਆ, ਉਦੋਂ ਸਿਮਰਨ ਕੀਤਾ ਨਹੀਂ, ਬੁਢੇਪਾ ਵੀ ਆ ਗਿਆ, ਹੁਣ ਤੂੰ ਕੀ ਇੱਥੇ ਸਿਮਰਨ ਕਰ ਲਵੇਂਗਾ। ਸੋ ਇਸ ਪ੍ਰਕਾਰ ਦੇ ਨਾਲ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਇਹ ਰਾਤ ਦੇ 4 ਪਹਿਰਾਂ ਦੀ ਵੰਡ ਕੀਤੀ ਵੀ 4 ਪਹਿਰ ਵੀ ਤੇਰੀ ਰਾਤ ਦੇ ਐਵੇਂ ਲੰਘ ਗਏ, ਤੇਰੀ ਜ਼ਿੰਦਗੀ ਦੇ 4 ਪਹਿਰ ਵੀ ਇਸੇ ਤਰ੍ਹਾਂ ਲੰਘ ਗਏ। ਕਦਹੀ ਕਿਤ ਨਾ ਆਇਓ। ਪਰ ਵੇਖ ਹੈ ਜੀਵ, ਤੂੰ ਕਿੰਨਾ ਅਕਿਰਤ ਘਣ ਨਿਕਲਿਆ ਪਾਪੀਆ। ਉਹ ਪਰਮੇਸ਼ਰ ਤੈਨੂੰ ਕਦੇ ਚੇਤੇ ਆਇਆ ਹੀ ਨਹੀਂ, ਕਦੀ ਉਸ ਵਾਹਿਗੁਰੂ ਦਾ ਨਹੀਂ ਤੈਨੂੰ ਚੇਤਾ ਆਇਆ,
ਕਦੀ ਮਾਲਕ ਦਾ ਤੂੰ ਸਿਮਰਨ ਨਹੀਂ ਕੀਤਾ। ਜਿਨ ਜੀਓ ਪਿੰਡ ਦੀਆ। ਜਿਸ ਵਾਹਿਗੁਰੂ ਨੇ ਤੇਰਾ ਪਿੰਡ ਸਰੀਰ ਬਣਾਇਆ, ਇਹਦੇ ਵਿੱਚ ਚਲਾਉਣ ਵਾਸਤੇ ਸੂਖਮ ਸਰੀਰ ਜਿੰਦ ਪਾਈ, ਜਿਸ ਪਾਤਸ਼ਾਹ ਨੇ ਸਵਾਸ ਚਲਾਏ, ਜਿਹਦੇ ਆਸਰੇ ਤੇਰੀ ਜਿੰਦ ਹੈ, ਜਿਹਦੇ ਕਰਕੇ ਤੇਰਾ ਸਰੀਰ ਚੱਲਦਾ ਏ, ਕਹਿੰਦੇ ਐਡਾ ਕਿਰਤ ਘਣ ਨਿਮਖ ਹਰਾਮੀ, ਵੀ ਉਹ ਮਾਲਕ ਨਹੀਂ ਤੈਨੂੰ ਕਦੇ ਚੇਤੇ ਆਇਆ, ਉਹਦਾ ਨਹੀਂ ਕਦੀ ਚੇਤਾ ਵੀ ਮਾਲਕ। ਉਲਟਾ ਕਹੂਗਾ ਸਭ ਕੁਝ ਹੋਵੇ। ਕਈ ਐਸੇ ਵੇਖਿਆ ਵੀ ਸਭ ਕੁਝ ਹੈ, ਚੰਗੇ ਭਲੇ ਬੈਠੇ ਘਰਾਂ 'ਚ, ਮੋਟਰ ਗੱਡੀਆਂ, ਕਹਿੰਦੇ ਸਾਨੂੰ ਕੀ ਦਿੱਤਾ ਰੱਬ ਨੇ, ਸਾਨੂੰ ਕੀ ਦਿੱਤਾ। ਸਾਧ ਸੰਗਤ ਜੀ ਪਤਾ ਤੇ ਉਦੋਂ ਲੱਗੂ ਜਦੋਂ ਉਹ ਵਾਪਸ ਖਿੱਚਣ ਲੱਗ ਪਏ ਨਾ ਸਾਰਾ ਕੁਝ। ਕੋਈ ਹੱਥ ਦਾ ਸਰੀਰ ਦਾ ਅੰਗ ਲੈ ਲਿਆ, ਇੱਕ ਅੱਖ ਕਵੇ ਲਿਆ ਹੁਣ ਵਾਪਸ ਦੇ, ਹੱਥ ਦੇ ਦੇ, ਲੱਤ ਦੇ ਦੇ, ਫਿਰ ਆਖੇ ਲਿਆ ਜ਼ੁਬਾਨ ਦੇ ਦੇ ਵਾਪਸ, ਫਿਰ ਪਤਾ ਲੱਗੂ ਵੀ ਦਿੱਤਾ ਕੀ, ਫਿਰ ਤਰਲੇ ਕੱਢੇਗਾ ਬੰਦਾ, ਫਿਰ ਆਖੂ ਜੀ ਬਖਸ਼ ਦੋ ਹੁਣ। ਕਹਿੰਦੇ ਕਿਉਂ ਦੱਸ, ਦਿੱਤਾ ਕੁਝ ਤੈਨੂੰ ਕਿ ਨਹੀਂ ਦਿੱਤਾ, ਕਿੰਨਾ ਕੁਝ ਦਿੱਤਾ ਹੈ। ਸੂਰਜ ਨਿਤ ਪ੍ਰਕਾਸ਼ ਕਰਦਾ, ਜਿਹਦੇ ਵੰਡੇ ਮਾਲਕ ਤੇਰੇ ਕੋਲ ਟੈਕਸ ਲੈਣ ਲੱਗ ਪਏ, ਤੂੰ ਤਾਰ ਸਕਦਾ ਬਿੱਲ ਤਾਂ ਬਿਜਲੀ ਦਾ ਤਾਰਦਿਆਂ ਰੋਣਾ ਏ। ਜੇ ਸੂਰਜ ਦਾ ਵੀ ਮਾਲਕ ਟੈਕਸ ਲਾ ਦੇ, ਚੰਦਰਮਾ ਦੀ ਚਾਂਦਨੀ ਦਾ ਆਖੇ ਵੀ ਲਿਆ ਕੱਢ ਹੁਣ, ਆ ਮੇਰੀ ਧਰਤੀ ਤੇ ਤੁਰਦਾ ਫਿਰਦਾ ਏ, ਲਿਆ ਪੈਸੇ, ਹੋਰ ਸਵਾਸ ਲੈਣਾ ਹੈ, ਪਾਣੀ, ਅੱਗ, ਕੋਈ ਵਾਹਿਗੁਰੂ ਮੁੱਲ ਲੈਂਦਾ ਹੈ। ਸਾਧ ਸੰਗਤ ਜੀ ਜਿਸ ਮਾਲਕ ਨੇ ਸਾਨੂੰ ਸਭ ਕੁਝ ਹੀ ਦਿੱਤਾ ਏ, ਫਿਰ ਵੀ ਬੰਦਾ ਕਹਿੰਦਾ ਮੈਨੂੰ ਕੀ ਦਿੱਤਾ। ਬਹੁਤ ਲੋਕ ਨੇ ਜਿਹੜੇ ਜਿਨ੍ਹਾਂ ਦੀ ਜ਼ੁਬਾਨ ਤੇ ਇੱਕੋ ਗੱਲ ਰੱਟੀ ਆ, ਸਾਡਾ ਕੀ ਰੱਬ ਨੇ ਬਣਾਇਆ, ਸਾਨੂੰ ਕੀ ਮਿਲਿਆ। ਜਦੋਂ ਵਾਪਸ ਲਊਗਾ ਨਾ ਇੱਕ ਦੋ ਚੀਜ਼ਾਂ, ਫੇਰ ਪਤਾ ਲੱਗ ਜਾਂਦਾ ਵੀ ਉਹ ਬੜਾ ਕੁਝ ਦਿੱਤਾ ਸੀ ਉਹਨੇ ਤਾਂ। ਇੱਕ ਆਖੀ ਨਹੀਂ ਫਿਰ ਬਰਾਬਰ ਦੀ ਲੱਭਦੀ, ਫਿਰ ਸਰੀਰ ਦੇ ਅੰਗ ਹੀ ਨਹੀਂ ਪੈਂਦੇ, ਫੇਰ ਨਹੀਂ ਪੈਂਦੇ। ਕੋਈ ਬਹੁਤਾ ਹੀ ਧਨਾੜ ਪਵਾ ਵੀ ਲਵੇ, ਉਹ ਵੀ ਉਹ ਗੱਲ ਬਣਦੀ ਨਹੀਂ ਜੋ ਮਾਲਕ ਨੇ ਨਾਲ ਧੁਰੋਂ ਸਾਨੂੰ ਦੇ ਕੇ ਭੇਜਿਆ। ਸੋ ਇਸ ਕਰਕੇ ਕਦੀ ਨਾ ਕਹੋ ਵੀ ਸਾਨੂੰ ਕੀ ਦਿੱਤਾ, ਬਹੁਤ ਕੁਝ ਦਿੱਤਾ ਏ ਮਹਾਰਾਜ, ਸਾਡੇ ਕੋਈ ਨਹੀਂ ਸਾਂਭਿਆ ਜਾਂਦਾ, ਸਾਨੂੰ ਹੀ ਤੇਰਾ ਸ਼ੁਕਰਾਨਾ ਨਹੀਂ ਕਰਨਾ ਆਉਂਦਾ। ਇਸ ਕਰਕੇ ਗੁਰੂ ਗਰੀਬ ਨਿਵਾਸ ਸਾਹਿਬ ਕਹਿੰਦੇ ਉਹ ਭਲਿਆ ਤੇਰੀ ਜ਼ਿੰਦਗੀ ਸਾਰੀ ਲੰਘ ਗਈ, ਤੈਨੂੰ ਚੇਤਾ ਹੀ ਨਹੀਂ ਆਇਆ, ਕਦੀ ਤੇਰੇ ਮਨ 'ਚ ਕਦੀ ਨਹੀਂ ਆਇਆ ਵੀ ਜਿਸ ਮਾਲਕ ਨੇ ਮੈਨੂੰ ਜਿੰਦ ਦਿੱਤੀ ਹੈ, ਜਿਹਨੇ ਸਰੀਰ ਦਿੱਤਾ ਹੈ, ਮੈਂ ਉਹਦਾ ਕਦੀ ਸ਼ੁਕਰਾਨਾ ਕਰਾਂ, ਕਦੀ ਕਹਿ ਲਿਆ ਕਰਾਂ ਬਹਿ ਕੇ ਸੰਗਤ 'ਚ ਵਾਹਿਗੁਰੂ 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 ਐਵੇਂ ਪੰਚਮ ਪਾਤਸ਼ਾਹ ਸਾਨੂੰ ਹਲੂਣਾ ਦਿੰਦੇ ਨੇ ਵੀ ਤੈਨੂੰ ਚੇਤੇ ਕਿਉਂ ਨਹੀਂ ਆਉਂਦਾ ਮਾਲਕ। ਜਿਨ੍ਹਾਂ ਦਾ ਬਹੁਤਾ ਪਿਆਰ ਹੋਵੇ ਨਾ ਆਪਸ ਵਿੱਚ, ਸੰਬੰਧੀਆਂ ਦਾ, ਕੋਈ ਸਰੀਰਾਂ ਦਾ, ਬਹੁਤਾ ਸਮਾਂ ਮੇਲ ਮਿਲਾਪ ਨਾ ਹੋਵੇ, ਜਦੋਂ ਆਉਣ ਮਿਲਣ ਤੇ ਉਹ ਮਾਈ ਜਾਂ ਬਾਪ ਜਾਂ ਕੋਈ ਕਹਿ ਦਿੰਦੇ ਪੁੱਤਾ ਤੈਨੂੰ ਸਾਡਾ ਚੇਤਾ ਆਇਆ ਹੀ ਨਾ, ਤੈਨੂੰ ਸਾਡੇ ਨਾਲ ਮਿਲਣ ਦਾ ਚਿੱਤ ਨਾ ਕੀਤਾ, ਤੇਰਾ ਮਨ ਨਹੀਂ ਸੀ ਕਰਦਾ ਜਾ ਕੇ ਬੁੱਢੀ ਮਾਂ ਨੂੰ ਮਿਲਾਂ। ਤਾਂ ਉਹ ਫਿਰ ਅੱਗੋਂ ਕਹਿੰਦਾ ਚੇਤਾ ਬੜਾ ਕਰਦਾ ਸੀ ਪਰ ਸਮਾਂ ਹੀ ਨਹੀਂ ਬਣਿਆ। ਸੋ ਇਸੇ ਤਰ੍ਹਾਂ ਮਾਲਕ ਉਹ ਸਾਨੂੰ ਪਿਆਰ ਦੇ ਨਾਲ ਉਹੀ ਜੁਗਤੀ ਨਾ ਕਹਿੰਦੇ ਉਹ ਭਲਿਆ ਬੜਾ ਕੁਝ ਕਰਦਾ ਏ, ਤੈਨੂੰ ਚੇਤਾ ਹੀ ਨਹੀਂ ਆਉਂਦਾ। ਵੇਖ ਉਹਨੇ ਜਿੰਦ ਦਿੱਤੀ ਆ, ਸਰੀਰ ਦਿੱਤਾ, ਅੰਗ ਦਿੱਤੇ, ਪ੍ਰਤੰਗ ਦਿੱਤੇ, ਸਵਾਸ ਲੈਣਾ, ਉਹ ਮਾਲਕ ਨੂੰ ਚੇਤੇ ਕਰਿਆ ਕਰ, ਉਹਨੂੰ ਮਿਲਣ ਨੂੰ ਤੇਰਾ ਚਿੱਤ ਨਹੀਂ ਕਰਦਾ।
ਕਿ ਮੈਂ ਮਾਲਕ ਦੇ ਨਾਲ ਮਿਲਾਂ, ਉਹਦੇ ਦਰਸ਼ਨ ਕਰਾਂ। ਸਾਧ ਸੰਗਤ ਕਉ ਵਾਰਿਆ। ਇਹ ਜਿਹੜਾ ਵੀ ਮਿਲਿਆ ਹੈ ਨਾ, ਫਿਰ ਉਹ ਕਹਿੰਦੇ ਸਾਧ ਸੰਗਤ ਦੀ ਕਿਰਪਾ ਕਰਕੇ ਮਿਲਿਆ, ਉਹਦਾ ਹੀ ਭਲਾ ਹੋਇਆ ਜਿਹਨੇ ਸਾਧ ਸੰਗਤ ਕੀਤੀ ਹੈ। ਤੇ ਪੰਚਮ ਪਾਤਸ਼ਾਹ ਕਹਿੰਦੇ ਇਸ ਕਰਕੇ ਅਸੀਂ ਗੁਰਾਂ ਦੀ ਜੋ ਸਤ ਸੰਗਤ ਹੈ, ਸਾਧ ਸੰਗਤ ਹੈ, ਉਹ ਤੋਂ ਵਾਰਿਆ, ਵਾਰਨੇ ਬਲਹਾਰ ਜਾਣੇ ਆ। ਧੰਨ ਹੈ ਗੁਰਾਂ ਦੀ ਸੰਗਤ, ਜਿਨ੍ਹਾਂ ਅਨੇਕਾਂ ਹੀ ਪਾਪੀ ਜੀਵਾਂ ਦਾ ਉਧਾਰ ਕਰਤਾ, ਅਨੇਕਾਂ ਹੀ ਬਖਸ਼ ਦਿੱਤੇ। ਜਿਉ ਕੀਆ ਕੁਰਬਾਨ। ਅਸੀਂ ਆਪਣੀ ਜਿੰਦ ਵੀ ਗੁਰੂ ਨਾਨਕ ਸਾਹਿਬ ਦੀ ਸੰਗਤ ਤੋਂ ਕੁਰਬਾਨ ਕਰਦੇ ਹਾਂ। ਧੰਨ ਹੋ ਗੁਰੂ ਨਾਨਕ ਦੇਵ ਮਹਾਰਾਜ, ਤੁਸੀਂ ਸਾਧ ਸੰਗਤ ਦੀ ਦਾਤ ਬਖਸ਼ੀ ਹੈ ਸਾਡੀ ਕਲਿਆਣ ਵਾਸਤੇ। ਕਿਉਂਕਿ ਜਿਹੜਾ ਵੀ ਤਰਿਆ, ਜਿਹਦਾ ਵੀ ਭਲਾ ਹੋਇਆ, ਜੀਵਨ ਸਫਲਾ ਹੋਇਆ, ਉਹ ਸਾਧ ਸੰਗਤ ਕਰਕੇ ਹੀ ਹੋਇਆ। ਇਸ ਲਈ ਅਸੀਂ ਸੰਗਤ ਤੋਂ ਕੁਰਬਾਨ ਜਾਂਦੇ ਆ, ਮਨ ਬਾਣੀ ਸਰੀਰ ਕਰਕੇ। ਜਿਸ ਤੇ ਸੋਝੀ ਮਨ ਪਾਈ। ਜਿਸ ਸਾਧ ਸੰਗਤ ਦੇ ਕਰਨੇ ਕਰਕੇ ਹੀ ਸਾਡੇ ਜੀਵਾਂ ਦੇ ਮਨ ਦੇ ਵਿੱਚ ਸੋਝੀ ਪੈਂਦੀ ਹੈ। ਉੱਤਮ ਪੁਰਖ ਦੁਆਰਾ ਸਾਹਿਬ ਕਹਿੰਦੇ ਵੀ ਸਾਡੇ ਮਨ ਦੇ ਵਿੱਚ ਸੋਝੀ ਪੈ ਗਈ, ਸਾਨੂੰ ਸਮਝ ਪੈ ਗਈ ਵੀ ਇਹ ਜ਼ਿੰਦਗੀ ਜਿਹੜੀ ਬੜੀ ਅਮੋਲਕ ਹੈ, ਇਹ ਸਮਝ ਸਾਧ ਸੰਗਤ ਦੁਆਰਾ ਮਿਲੀ ਆ। ਮਿਲਿਆ ਪੁਰਖ ਸੁਜਾਨ। ਕਿਉਂਕਿ ਸਾਨੂੰ ਸੁਜਾਨ ਅੰਤਰਜਾਮੀ ਪੁਰਖ ਸਤਿਗੁਰੂ ਸਾਹਿਬ ਜੀ ਮਿਲੇ ਹਨ। ਜਾਂ ਸੰਗਤ ਕਰਦਿਆਂ ਹੋਇਆ ਸਾਨੂੰ ਜੋ ਪੁਰਖ ਵਿਆਪਕ ਅੰਤਰਜਾਮੀ ਮਾਲਕ ਹੈ, ਉਹ ਜਦੋਂ ਸੋਝੀ ਪੈ ਗਈ, ਜਦੋਂ ਗਿਆਨ ਹੋ ਗਿਆ, ਉਹ ਵਾਹਿਗੁਰੂ ਪ੍ਰਾਪਤ ਹੋ ਆਇਆ। ਨਾਨਕ ਡਿਠਾ ਸਦਾ ਨਾਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਵੀ ਉਸ ਮਾਲਕ ਨੂੰ ਹੁਣ ਸਦਾ ਹੀ ਅਸੀਂ ਆਪਣੇ ਨਾਲ ਹੀ ਅੰਗ ਸੰਗ ਹੀ ਵਸਦਾ ਡਿਠਾ ਵੇਖ ਲਿਆ ਹੈ। ਹੁਣ ਸਾਨੂੰ ਪਤਾ ਲੱਗ ਗਿਆ ਵੀ ਉਹ ਤਾਂ ਅੰਦਰ ਹੀ ਹੈ, ਨਾਲ ਹੀ ਹੈ। ਐਵੇਂ ਉਹ ਭੁਲੇਖੇ ਦੇ ਵਿੱਚ, ਭਰਮ ਰੂਪੀ ਭੁਲੇਖੇ ਦੇ ਵਿੱਚ, ਅਗਿਆਨਤਾ ਦੇ ਹਨੇਰੇ ਕਾਰਨ, ਅਵਿਦਿਆ ਦੀ ਨੀਂਦ ਕਾਰਨ ਸਮਝੀ ਬੈਠੇ ਸਾਂ ਵੀ ਕਿਤੇ ਉਹ ਸਤਵੇਂ ਆਕਾਸ਼ ਪਤਾਲ ਜਾਂ ਦੂਰੀ ਕਿਤੇ ਰਹਿੰਦਾ। ਹੁਣ ਮਹਾਰਾਜ ਦੀ ਸੰਗਤ ਦੀ ਐਸੀ ਕਿਰਪਾ ਹੋਈ ਵੀ ਵਾਹਿਗੁਰੂ ਨੂੰ ਆਪਣੇ ਨਾਲ ਹੀ ਅਸੀਂ ਵੇਖ ਲਿਆ ਹੈ। ਹਰ ਅੰਤਰ ਜਾਮੀ ਜਾਨ। ਜੋ ਹਰੀ ਪਰਮੇਸ਼ਰ ਅੰਤਰਜਾਮੀ ਹੈ, ਸਾਰਿਆਂ ਦੇ ਅੰਦਰ ਦੀ ਚੰਗੀ ਤਰ੍ਹਾਂ ਜਾਣਨ ਵਾਲਾ ਹੈ, ਉਸ ਅੰਤਰਜਾਮੀ ਨੂੰ ਅਸੀਂ ਵੀ ਜਾਣ ਲਿਆ ਹੈ ਵੀ ਉਹ ਸਾਡੇ ਅੰਗ ਸੰਗ ਹੀ ਹੈ, ਸਦਾ ਅੰਗ ਸੰਗੇ। ਉਹ ਤਾਂ ਸਾਡੇ ਨਾਲ ਹੀ ਰਹਿੰਦਾ ਹੈ, ਸਾਡੇ ਅੰਦਰ ਹੀ ਵਸਿਆ ਹੈ। ਅਸਲ ਦੇ ਵਿੱਚ ਉਹ ਹੈ, ਤਾਂ ਹੀ ਸਾਡੀ ਜ਼ਿੰਦਗੀ, ਉਹ ਤੋਂ ਬਿਨਾਂ ਜ਼ਿੰਦਗੀ ਹੀ ਕਾਹਦੀ ਹੈ। ਇਹ ਸਾਧ ਸੰਗਤ ਕਰਕੇ ਮਹਾਰਾਜ ਕਹਿੰਦੇ ਸਾਨੂੰ ਸਮਝ ਪਈ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਹਲੂਣਾ ਦਿੱਤਾ ਵੀ ਵੇਖ ਭਲਿਆ ਤੇਰਾ ਜੀਵਨ ਵਿਅਰਥ ਜਾ ਰਿਹਾ। ਆ ਮੌਤ ਜਿਹੜੀ ਆ ਬਿਲਕੁਲ ਤੇਰੇ ਨਜ਼ਦੀਕ ਤੋਂ ਨਜ਼ਦੀਕ ਆਉਂਦੀ ਜਾ ਰਹੀ ਆ। ਮੌਤ ਦਾ ਫਾਸਲਾ ਘਟਦਾ ਜਾ ਰਿਹਾ, ਜਿਉਂ-ਜਿਉਂ ਦਿਨ ਮਹੀਨੇ ਸਾਲ ਲੰਘ ਰਹੇ ਨੇ। ਮੰਜ਼ਿਲ ਦੇ ਮੌਤ ਦੇ ਨੇੜੇ ਪਹੁੰਚ ਰਿਹਾ ਤੇ ਉੱਥੇ ਮੌਤ ਤੋਂ ਆਉਣ ਤੋਂ ਪਹਿਲਾਂ ਹੀ ਜੀਵਨ ਦੇ ਵਿੱਚ ਹੀ ਆਪਣਾ ਨਾਮ ਜਪ ਕੇ ਸੇਵਾ ਸਿਮਰਨ ਕਰਕੇ ਤੇ ਜੀਵਨ ਲੇਖੇ ਦੇ ਵਿੱਚ ਲਾ ਲੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਸਾਨੂੰ ਸਤਿਬੁੱਧੀ ਬਖਸ਼ਣ, ਸਾਨੂੰ ਚੰਗੀ ਅਕਲ ਆਵੇ, ਮਹਾਰਾਜ ਦੀ ਬਾਣੀ ਸਾਨੂੰ ਸਮਝ ਆਵੇ, ਸਾਡੇ ਮਨ 'ਚ ਵਸੇ, ਸਾਡਾ ਸੁਣ ਕੇ ਉਧਾਰ ਹੋਵੇ, ਗੁਰੂ ਸਾਹਿਬ ਦੀ ਬਾਣੀ ਅਨੁਸਾਰ ਕਮਾਈ ਕਰੀਏ। ਜਦੋਂ ਵੀ ਕੋਈ ਸੰਸਾਰ ਦਾ ਕਾਰਜ ਕਰੀਏ, ਸਾਡਾ ਧਿਆਨ ਵਾਹਿਗੁਰੂ ਵੱਲ ਹੋਵੇ। ਜਿਵੇਂ ਸਮੁੰਦਰ ਦੇ ਵਿੱਚ ਜਹਾਜ਼ ਜਿਹੜੇ ਮਰਜ਼ੀ ਪਾਸੇ ਨੂੰ ਜਾਵੇ, ਪਰ ਜਿਹੜੀ ਉਹ ਸੂਈ ਹੁੰਦੀ ਹੈ ਨਾ, ਉਹ ਇੱਕ ਪਾਸੇ ਕੇਂਦਰਿਤ ਹੁੰਦੀ ਹੈ। ਇਸੇ ਤਰ੍ਹਾਂ ਮਹਾਰਾਜ ਸਾਹਿਬ ਕਿਰਪਾ ਕਰਨ ਵੀ ਸੰਸਾਰ ਦੇ ਕਿਸੇ ਵੀ ਕਾਰਜ ਖੇਤਰ ਵਿੱਚ ਜਾਈਏ, ਪਰ ਜੋ ਅੰਦਰ ਦੀ ਸੂਈ ਹੈ ਨਾ, ਲੇਵ ਹੈ, ਉਹ ਮਾਲਕ ਨਾਲ ਸਾਡੀ ਮਿਲੀ ਰਹੇ। ਇਹ ਦਾਤ ਮੰਗਿਆ ਕਰੀਏ, ਮਹਾਰਾਜ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ। ਸਾਨੂੰ ਭੁੱਲੋ ਨਾ ਪਾਤਸ਼ਾਹ ਜੀ, ਸਾਨੂੰ ਤੁਹਾਡਾ ਚੇਤਾ ਨਾ ਭੁੱਲ ਜੇ ਕਦੇ, ਸਾਡੇ ਖਿਆਲ ਚੋਂ ਨਾ ਨਿਕਲ ਜੋ। ਕਈ ਗੱਲਾਂ ਹੁੰਦੀਆਂ ਨਾ, ਕਹਿੰਦੇ ਉਹ ਮੈਨੂੰ ਚੇਤਾ ਹੀ ਨਹੀਂ ਰਿਹਾ, ਖਿਆਲ ਹੀ ਨਹੀਂ ਰਿਹਾ, ਪਰ ਪਾਤਸ਼ਾਹ ਤੁਹਾਡਾ ਨਾ ਸਾਨੂੰ ਚੇਤਾ ਭੁੱਲੇ, ਤੁਹਾਡਾ ਕਦੀ ਖਿਆਲ ਨਾ ਭੁੱਲੇ। ਇਹ ਆਪਾਂ ਗੁਰਾਂ ਕੋ ਸੰਗਤੀ ਰੂਪ ਵਿੱਚ ਦਾਤ ਮੰਗਿਆ ਕਰੀਏ, ਕਿਉਂਕਿ ਸੰਗਤ ਦੀ ਅਰਦਾਸ ਵਿੱਚ ਬਰਕਤ ਹੁੰਦੀ ਹੈ, ਸ਼ਕਤੀ ਹੁੰਦੀ ਹੈ। ਮਹਾਰਾਜ ਕਿਰਪਾ ਕਰਨ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚਲੋ ਆਨੰਦ ਲਾਲਾ। ਪਾਛੇ ਜੋ ਬੀਤੀ ਸੋ ਬੀਤੀ, ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ। ਸਾਧ ਸੰਗਤ ਕਉ ਵਾਰਿਆ,
ਜਿਉ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।